ਬੰਦੇ ਵਾਂਗ ਮਸ਼ੀਨਾਂ ਦੇ ਕੰਮ ਕਰਦੇ ਸੀ, ਬੰਦੇ ਵਾਂਗ ਮਸ਼ੀਨਾਂ ਦੇ ਕੰਮ ਕਰਦੇ ਸੀ, ਪੈਸੇ ਪਿੱਛੇ ਵਾਂਗ ਸ਼ੁਦਾਈਆਂ ਮਰਦੇ ਸੀ, ਪੈਸੇ ਪਿੱਛੇ ਵਾਂਗ ਸ਼ੁਦਾਈਆਂ ਮਰਦੇ ਸੀ। ਕੁਝ ਦਿਨ ਆਰਾਮ ਕਰਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਵੱਡੀ ਤਾਕਤ ਦੁਨੀਆ ਦੀ ਅਖਵਾਉਂਦਾ ਸੀ, ਵੱਡੀ ਤਾਕਤ ਦੁਨੀਆ ਦੀ ਅਖਵਾਉਂਦਾ ਸੀ, ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਸੀ। ਨਿਊਯਾਰਕ ਨਰਕ ਬਣਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਸ਼ਾਪਿੰਗ ਸ਼ਾਪਿੰਗ ਸਾਰਾ ਦਿਨ ਜੋ ਕਰਦੀਆਂ ਸੀ, ਸ਼ਾਪਿੰਗ ਸ਼ਾਪਿੰਗ ਸਾਰਾ ਦਿਨ ਜੋ ਕਰਦੀਆਂ ਸੀ, ਸੂਟਾਂ ਜੁੱਤੀਆਂ ਖਾਤਰ ਘਰ ਨਾ ਵੜਦੀਆਂ ਸੀ। ਪੋਚਾ ਲਾਉਣ ਸਿਖਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਬੰਦੇ ਜਦ ਘਰ ਵੜਦੇ ਸੂਲੀ ਟੰਗਦੇ ਸੀ, ਬੰਦੇ ਜਦ ਘਰ ਵੜਦੇ ਸੂਲੀ ਟੰਗਦੇ ਸੀ। दारू ਭਾਜੀ ਭੁਰਜੀ ਬੈਠੇ ਮੰਗਦੇ ਸੀ, ਪਾਣੀ दारू ਭੁਰਜੀ ਬੈਠੇ ਮੰਗਦੇ ਸੀ। ਹੁਣ ਭਾਂਡੇ ਮਾਂਜਣ ਲਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਗੱਡੀਆਂ ਜਹਾਜ਼ਾਂ ਰੇਲਾਂ ਸ਼ੋਰ ਮਚਾਇਆ ਸੀ, ਗੱਡੀਆਂ ਰੇਲਾਂ ਜਹਾਜ਼ਾਂ ਸ਼ੋਰ ਮਚਾਇਆ ਸੀ। ਵਾਤਾਵਰਨ ਨੂੰ ਧੂਆਂ ਧਾਰ ਬਣਾਇਆ ਸੀ। ਹੈਂਡ ਬ੍ਰੇਕ ਲਗਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਪਤਾ ਨਹੀਂ ਸ਼ਰਾਰਤ ਚੀਨ ਜਾਂ ਰੱਬ ਦੀ ਏ, ਪਤਾ ਨਹੀਂ ਸ਼ਰਾਰਤ ਚੀਨ ਜਾਂ ਰੱਬ ਦੀ ਏ, ਮਿਲਦੀ ਨਹੀਂ ਦਵਾਈ ਦੁਨੀਆ ਲੱਭਦੀ ਏ। ਪਰ ਵੱਡਾ ਕਹਿਰ ਵਰਤਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਸੰਘੇ ਦਾ ਵੀ ਘਰ ਵਿੱਚ ਪੈਰ ਨਾ ਪੈਂਦਾ ਸੀ, ਸੰਘੇ ਦਾ ਵੀ ਘਰ ਵਿੱਚ ਪੈਰ ਨਾ ਪੈਂਦਾ ਸੀ। ਸੰਡੇ ਨੂੰ ਵੀ ਦਫ਼ਤਰ ਵਿੱਚ ਜਾ ਬਹਿੰਦਾ ਸੀ। ਅੰਦਰ ਵਾੜ ਬਿਠਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ, ਸਭ ਨੂੰ ਖੂੰਜੇ ਲਾਤਾ ਇਸ ਕਰੋਨਾ ਨੇ। ਹਾਜ਼ਰੀਨ, ਗੁਰਦੀਪ ਸੰਘਾ ਹੋਣਾ ਦੀਆਂ ਇਹਨਾਂ ਸਤਰਾਂ ਦੇ ਨਾਲ ਕੈਨੇਡਾ ਦੇ ਮਨਮੱਤੇ ਟੀਵੀ SSTV ਦੇ ਪ੍ਰੋਗਰਾਮ ਲੋਕ ਆਵਾਜ਼ ਵਿੱਚ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਹੀਰਾ ਰੰਧਾਵਾ ਵੱਲੋਂ ਸਵਾਗਤ। ਹਾਜ਼ਰ ਹੈ ਹਫ਼ਤਾਵਾਰੀ ਆਪਣਾ ਪ੍ਰੋਗਰਾਮ ਲੋਕ ਆਵਾਜ਼ ਲਾਈਵ ਲੈ ਕੇ। ਇਹ ਪ੍ਰੋਗਰਾਮ ਜਿੱਥੇ ਤੁਸੀਂ ਇਸ ਵੇਲੇ ਮੈਨੂੰ SSTV ਤੇ ਲਾਈਵ ਸੁਣ ਰਹੇ ਹੋ, ਉੱਥੇ ਤੁਸੀਂ ਰੋਜਰ TV ਦੇ ਚੈਨਲ ਨੰਬਰ 851, ਬੈਲ 5 ਦੇ ਚੈਨਲ ਨੰਬਰ 823, ਵੋਕੈਸੋ ਦੇ ਚੈਨਲ ਨੰਬਰ 106 ਤੇ ਵੀ ਲਾਈਵ ਸੁਣ ਰਹੇ ਹੋ। ਫੇਸਬੁੱਕ ਤੇ YouTube ਦੇ ਨਾਲ ਨਾਲ ਇਸ ਨੂੰ ਤੁਸੀਂ IPTV ਬਾਕਸ ਜੋ ਹੈ ਉਸ ਉੱਤੇ ਵੀ ਲਾਈਵ ਸੁਣ ਰਹੇ ਹੋ। IP ਬਾਕਸ ਦੇ ਉੱਤੇ SSTV ਦਾ ਵਿੱਚ ਪੰਜਾਬੀ ਪ੍ਰੋਗਰਾਮਾਂ ਵਿੱਚ ਜਾਓਗੇ ਤਾਂ ਤੁਹਾਨੂੰ ਨਾਂ ਲੱਭ ਜਾਣਾ ਆ। ਉੱਥੋਂ ਤੁਸੀਂ ਟਿਊਨ ਇਨ ਕਰਕੇ ਸਾਡਾ ਪ੍ਰੋਗਰਾਮ ਸੁਣ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਜੇ ਸਾਡੇ ਨਾਲ ਕੋਈ ਸਾਂਝ ਪਾਉਣੀ ਹੈ ਤਾਂ ਸਟੂਡੀਓ ਦੇ ਫੋਨ ਨੰਬਰ ਹਨ 416 741 9600 ਤੇ ਮੇਰਾ ਨਿੱਜੀ ਫੋਨ ਹੈ ਜੋ ਪ੍ਰੋਗਰਾਮ ਤੋਂ ਪਹਿਲਾਂ ਤੇ ਬਾਅਦ ਦਾ ਹੈ 416 319 0551 ਨੰਬਰ ਹੈ। ਆਸ ਹੈ ਹਾਜ਼ਰੀਨ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ। ਖੈਰ, ਭਾਵੇਂ ਮਜਬੂਰੀ ਵਾਸੀ ਸਹੀ, ਪਰ ਸਾਨੂੰ ਘਰ ਵਿੱਚ ਬੈਠਣਾ ਹੀ ਪੈਣਾ ਹੈ ਕਿਉਂਕਿ ਜ਼ਿੰਦਗੀ ਨਾਲੋਂ ਕੁਛ ਵੀ ਕੀਮਤੀ ਨਹੀਂ। ਵਕਤ ਨੇ ਆਪਣੀ ਚਾਲੇ ਚੱਲਦੇ ਜਾਣਾ ਹੈ, ਵਕਤ ਗੁਜ਼ਰ ਜਾਂਦਾ ਹੈ, ਪਰ ਜ਼ਿੰਦਗੀ ਵੀ ਆਪਣੇ ਚਾਲੇ ਚੱਲਦੀ ਰਹਿੰਦੀ ਹੈ। ਸਭ ਤੋਂ ਪਹਿਲਾਂ ਜ਼ਿੰਦਗੀ ਨੂੰ ਅਸੀਂ ਸੁਰੱਖਿਅਤ ਬਣਾਉਣਾ ਹੈ ਔਰ ਘਰ ਦੇ ਵਿੱਚ ਅਸੀਂ ਬਿਲਕੁਲ ਆਈਸੋਲੇਟ ਹੋ ਕੇ ਰਹਿਣਾ ਹੈ। ਲੋਕਾਂ ਦੇ ਨਾਲ ਜਿਹੜਾ ਵਕਫਾ ਹੈ, ਬਾਹਰ ਵੀ ਜਾਂਦੇ ਹੋ, ਤੁਹਾਨੂੰ ਗਰੋਸਰੀ ਵਗੈਰਾ ਲੈਣ ਜਾਣਾ ਪੈਂਦਾ ਹੈ ਜਾਂ ਹੋਰ ਜ਼ਰੂਰੀ ਕੰਮਾਂ ਕਾਜਾਂ ਵਾਸਤੇ ਬਾਹਰ ਜਾਂਦੇ ਹੋ ਤੇ 6 ਫੁੱਟ ਦਾ ਫਾਸਲਾ ਜ਼ਰੂਰ ਬਣਾ ਕੇ ਰੱਖਿਆ ਕਰੋ। ਮਾਸਕ ਲਗਾਇਆ ਕਰੋ, ਦਸਤਾਨੇ ਪਹਿਨਿਆ ਕਰੋ ਔਰ ਕਰੋਨਾ ਦਾ ਜਿਹੜਾ ਇਹ ਡਰ ਖਤਰਾ ਹੈ ਇਸ ਨੂੰ ਥੋੜ੍ਹਾ ਜਿਹਾ ਘੱਟ ਕੀਤਾ ਜਾ ਸਕਦਾ ਹੈ ਕੁਛ ਉਪਾਅ ਕਰਕੇ। ਜਿੱਦਾਂ ਬਾਰ-ਬਾਰ ਜਿਹੜੇ ਸਾਡੇ ਸਿਹਤ ਨਾਲ ਸੰਬੰਧਿਤ ਮਾਹਿਰ ਨੇ ਉਹ ਕਹਿੰਦੇ ਨੇ ਕਿ ਤੁਸੀਂ ਸਾਬਣ ਨਾਲ ਹੱਥ ਧੋਵੋ, 20 ਸੈਕਿੰਡ ਲਈ ਜ਼ਰੂਰ ਇਹ ਕਰੋਨਾ ਨੂੰ ਤੁਹਾਡੇ ਹੱਥਾਂ ਨਾਲ ਉਤਾਰ ਦੇਵੇਗਾ। ਜੇ ਕਿਧਰੇ ਤੁਹਾਡਾ ਹੱਥ ਲੱਗ ਜਾਂਦਾ ਹੈ, ਆਪਣੀਆਂ ਕੁੰਡੀਆਂ ਨੂੰ, ਜੇ ਤੁਹਾਡੇ ਦਰਵਾਜ਼ੇ ਖੋਲ੍ਹਣ ਵਾਲੇ ਹੁੰਦੇ ਨੇ ਜ਼ਿੰਦੇ ਜਿਨ੍ਹਾਂ ਨੂੰ ਹੱਥ ਲੱਗਦਾ ਹੈ, ਚਾਬੀਆਂ ਦੇ ਗੁੱਛੇ ਹਨ, ਫੋਨ ਹੈ, ਉਹਨਾਂ ਨੂੰ ਜ਼ਰੂਰ ਤੁਸੀਂ ਸੈਨੀਟਾਈਜ਼ ਕਰਨਾ ਹੈ। ਆਪਣੀਆਂ ਗੱਡੀਆਂ ਨੂੰ ਜਦ ਖੋਲ੍ਹਦੇ ਹੋ ਜਾਂ ਬੰਦ ਕਰਦੇ ਹੋ ਉੱਥੇ ਜ਼ਰੂਰ ਤੁਸੀਂ ਸੈਨੀਟਾਈਜ਼ ਕਰਿਆ ਕਰੋ ਕਿਉਂਕਿ ਅਦਿੱਖ ਦੁਸ਼ਮਣ ਹੈ ਜਿਹੜਾ ਕਰੋਨਾ ਵਾਇਰਸ ਹੈ। ਇਸ ਦਾ ਕੋਈ ਪਤਾ ਨਹੀਂ
ਕਿੱਥੇ ਬੈਠਾ ਹੈ, ਜਿਹੜਾ ਇੱਕ ਚੀਜ਼ ਹੈ ਜਦ ਸਾਡੇ ਅੰਦਰ ਚਲੀ ਜਾਂਦੀ ਹੈ ਫਿਰ ਇਹ ਕਾਫੀ ਨੁਕਸਾਨ ਕਰ ਦਿੰਦੀ ਹੈ। ਢੇਰਾਂ ਮੌਤਾਂ ਹੋਈਆਂ ਹਨ ਔਰ ਅਜੇ ਵੀ ਇਸ ਦੀ ਗਿਣਤੀ ਵੱਧਦੀ ਜਾ ਰਹੀ ਹੈ, ਘਟਣ ਦੀ ਥਾਂ। ਥੋੜ੍ਹਾ ਜਿਹਾ ਜਿਹੜੀ ਸੁੱਖ ਵਾਲੀ ਗੱਲ ਹੈ ਕਿ ਰਿਕਵਰੀ ਹੋ ਰਹੀ ਹੈ ਵਧੀਆ। ਇਸੇ ਤਰ੍ਹਾਂ ਅਸੀਂ ਦੁਆ ਕਰਦੇ ਹਾਂ ਕਿ ਇਸ ਮਹਾਂਮਾਰੀ ਦਾ ਖਾਤਮਾ ਛੇਤੀ ਹੋਵੇ। ਹਜ਼ੂਰ, ਬਹੁਤ ਸਾਰੇ ਪ੍ਰੋਗਰਾਮ ਇਹਨਾਂ ਦਿਨਾਂ ਦੇ ਵਿੱਚ ਵੀ ਆਨਲਾਈਨ ਵਾਪਰ ਰਹੇ ਹਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿੱਥੇ ਸਾਡੇ 27 ਫੀਚਰ ਗੱਲਾਂ ਕਰੀਏ ਮੂੰਹ ਤੇ ਵਿਚਾਰ ਚਰਚਾ ਸੁਣੋਗੇ, ਉੱਥੇ ਅੱਜ ਦੀ ਜਿਹੜੀ ਖਾਸ ਮੁਲਾਕਾਤ ਹੈ ਸਾਡੇ ਇੰਡੀਆ ਵਾਲੇ ਸਾਡੇ ਪੱਤਰਕਾਰ, ਸਾਡੇ ਸਹਿਯੋਗੀ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਹੋਣਾ ਨੇ ਡਾਕਟਰ ਦਰਸ਼ਨ ਕੌਰ ਸੋਹੀ ਹੋਣਾ ਨਾਲ ਇੱਕ ਖਾਸ ਮੁਲਾਕਾਤ ਕੀਤੀ ਹੈ। ਉਹ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਜਾਵੇਗੀ। ਇਹ ਮੁਲਾਕਾਤ ਤੁਹਾਡੇ ਨਾਲ ਪਿਛਲੇ ਹਫ਼ਤੇ ਸਾਂਝੀ ਕਰਨੀ ਸੀ, ਪਰ ਟੈਕਨੀਕਲ ਪ੍ਰੋਬਲਮ ਕਰਕੇ ਤੁਹਾਡੇ ਨਾਲ ਇਹ ਸਾਂਝੀ ਨਹੀਂ ਸੀ ਕੀਤੀ ਜਾ ਸਕੀ। ਸੋ ਅੱਜ ਜ਼ਰੂਰ ਤੁਹਾਡੀ ਸੇਵਾ ਦੇ ਵਿੱਚ ਇਹ ਮੁਲਾਕਾਤ ਸਾਂਝੀ ਕੀਤੀ ਜਾਵੇਗੀ। ਗੀਤ ਸੰਗੀਤ ਵੀ ਹੋਵੇਗਾ, ਕਿਉਂਕਿ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਜ਼ਿੰਦਗੀ 'ਚ ਚੰਗੀਆਂ ਮੱਲਾਂ ਮਾਰੀਆਂ ਹੁੰਦੀਆਂ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਤਰ੍ਹਾਂ ਉਹਨਾਂ ਨਾਲ ਰਾਬਤਾ ਕਰਕੇ, ਉਹਨਾਂ ਨਾਲ ਇੰਟਰਵਿਊ ਕਰਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕੀਤਾ ਜਾਵੇ। ਸੋ ਜਿੱਦਾਂ ਤੁਹਾਡਾ ਸਹਿਯੋਗ ਮਿਲਦਾ ਹੈ, ਤੁਸੀਂ ਬਹੁਤ ਸਾਰੇ ਟੈਕਸਟ ਮੈਸੇਜ ਕਰਦੇ ਹੋ, ਈਮੇਲਸ ਵੀ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਸੁਝਾਅ ਜ਼ਰੂਰ ਭੇਜਿਆ ਕਰੋ। ਇਸੇ ਤਰ੍ਹਾਂ ਹੀ 416 319 0551 ਮੇਰਾ ਫ਼ੋਨ ਨੰਬਰ ਹੈ। ਇੱਥੇ ਤੁਸੀਂ ਟੈਕਸਟ ਕਰ ਦੇਣਾ ਹੈ ਜਾਂ ਫ਼ੋਨ ਕਰਨਾ ਹੈ। ਮੇਰਾ ਫ਼ੋਨ 24 ਘੰਟੇ ਔਨ ਰਹਿੰਦਾ ਹੈ। ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਵੀ ਮੈਨੂੰ ਕਾਲ ਕਰਨੀ ਹੈ। ਬਹੁਤ ਸਾਰੇ ਕੰਡੋਮੀਨੀਅਮ ਦੇ ਪ੍ਰੋਜੈਕਟ ਸਾਡੇ ਕੋਲ ਆਏ ਨੇ। ਸਾਡੇ ਕੋਲ ਪਹਿਲਾ ਅਸੈਸ ਹੋਣ ਕਰਕੇ ਅਸੀਂ ਬਹੁਤ ਸਸਤੇ ਰੇਟ 'ਤੇ ਤੁਹਾਨੂੰ ਇਹ ਬੁੱਕ ਕਰਵਾ ਦਿੰਦੇ ਹਾਂ। ਜਦੋਂ ਇਹ ਪਬਲਿਕ ਵਾਸਤੇ ਖੁੱਲ੍ਹ ਜਾਣੇ ਫਿਰ ਥੋੜ੍ਹਾ ਜਿਹਾ ਰੇਟ ਵੱਧ ਜਾਂਦਾ ਹੈ। ਸੋ ਇਹ ਸਮਾਂ ਹੱਥੋਂ ਨਾ ਗਵਾਉਂਦੇ ਹੋਏ ਤੁਸੀਂ ਕਾਲ ਕਰ ਲੈਣਾ। ਬਰੈਂਪਟਨ ਦੇ ਵਿੱਚ ਜੀ ਸੈਂਡਲਵੁੱਡ ਅਤੇ ਮਿਸਿਸਾਗਾ ਰੋਡ 'ਤੇ ਲਾਗੇ ਇੱਕ ਬੜਾ ਵਧੀਆ ਪ੍ਰੋਜੈਕਟ ਆਇਆ ਹੈ। ਉਹਦੇ ਵਾਸਤੇ ਮੈਨੂੰ ਕਾਲ ਕਰਨਾ। ਬੜੇ ਸਸਤੇ ਜੇ ਰੇਟ ਦੇ ਉੱਤੇ ਕਿਸ਼ਤਾਂ ਬਣਾ ਕੇ ਤੁਹਾਨੂੰ ਇਸ ਦੀ ਬੁਕਿੰਗ ਹੋ ਜਾਣੀ ਹੈ। ਤੁਸੀਂ ਮੇਰੇ ਰਾਹੀਂ ਇਸ ਨੂੰ ਬੁੱਕ ਕਰਵਾ ਸਕਦੇ ਹੋ। ਡਾਊਨਟਾਊਨ ਬਰੈਂਪਟਨ ਦੇ ਵਿੱਚ ਵੀ ਪ੍ਰੋਜੈਕਟ ਹੈ। ਇਸੇ ਤਰ੍ਹਾਂ ਟੋਰਾਂਟੋ ਵਿੱਚ ਪ੍ਰੋਜੈਕਟ ਆਏ ਹਨ। ਇਸੇ ਤਰ੍ਹਾਂ ਵਾਟਰਲੂ ਵਿੱਚ ਪ੍ਰੋਜੈਕਟ ਹਨ ਸਾਡੇ ਕੋਲ, ਜਿਹੜਾ ਸਾਡੇ ਕੋਲ ਅਸੈਸ ਹੈ ਜੋ ਤੁਹਾਨੂੰ ਵਾਜਬ ਕੀਮਤ ਦੇ ਉੱਤੇ ਅਸੀਂ ਬੁੱਕ ਕਰਵਾ ਕੇ ਦੇ ਸਕਦੇ ਹਾਂ। ਇਹਦੇ ਨਾਲ ਨਾਲ ਜੇ ਤੁਸੀਂ ਕੋਈ ਘਰ ਤੁਹਾਡਾ ਕਿਤੇ ਨਹੀਂ ਵਿਕ ਰਿਹਾ ਤਾਂ ਮੈਨੂੰ ਕਾਲ ਕਰ ਲੈਣੀ ਹੈ। ਮੈਂ ਤੁਹਾਡਾ ਘਰ ਜਿਹੜਾ ਤੁਰੰਤ ਵੇਚ ਦੇਣਾ ਹੈ, ਕਿਉਂਕਿ ਇਹਨਾਂ ਸਮਿਆਂ ਦਰਮਿਆਨ ਵੀ ਮੇਰੇ ਕੋਲ ਕੁਆਲੀਫਾਈਡ ਬਾਇਰ ਹਨ ਜਿਹੜਾ ਮੈਂ ਤੁਹਾਨੂੰ ਚੰਗੇ ਪੈਸੇ ਵਟਾ ਕੇ ਦੇ ਸਕਦਾ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਸੁਪਨਿਆਂ ਦਾ ਘਰ, ਇਹ ਘਰ ਵੇਚ ਕੇ ਪੁਰਾਣਾ ਤੇ ਨਵਾਂ ਲੈਣਾ, ਤਾਂ ਵੀ ਮੈਨੂੰ ਕਾਲ ਕਰਿਓ। ਮੇਰੇ ਕੋਲ ਬਹੁਤ ਸੋਹਣੀਆਂ ਪ੍ਰਾਪਰਟੀਜ਼ ਹੈਗੀਆਂ ਨੇ ਕੈਲੇਡੋਨ ਵੱਲ, ਮਿਸਿਸਾਗਾ ਦੇ ਵਿੱਚ, ਗੱਲ ਕਿ ਓਨਟਾਰੀਓ ਭਰ ਦੇ ਵਿੱਚ ਹਨ। ਤੁਸੀਂ ਮੈਨੂੰ ਕਾਲ ਕਰਿਓ। ਇਹਨਾਂ ਦਿਨੀ ਕਾਫੀ ਵਾਜਬ ਕੀਮਤ ਦੇ ਉੱਤੇ ਤੁਹਾਨੂੰ ਮੈਂ ਘਰ ਲੈ ਕੇ ਦੇ ਦਿਆਂਗਾ। 416 319 0551 ਮੇਰਾ ਫ਼ੋਨ ਨੰਬਰ ਹੈ। ਤੁਸੀਂ ਮੇਰੀ ਜਿਹੜੀ ਵੈਬਸਾਈਟ ਹੈ ਉਹਨੂੰ ਜ਼ਰੂਰ ਚੈੱਕ ਕਰਿਓ। hirarandhawa.com ਹੈ, ਪਹਿਲਾ ਅਤੇ ਲਾਸਟ ਨੇਮ ਮੇਰਾ ਹੈ .com ਲਾ ਕੇ। ਉੱਥੇ ਬਹੁਤ ਸਾਰੀਆਂ ਪ੍ਰਾਪਰਟੀਜ਼ ਪਈਆਂ ਨੇ। ਤੁਸੀਂ ਸੇਵਾ ਦਾ ਮੌਕਾ ਦੇਣਾ ਹੈ। 416 319 0551 ਮੇਰਾ ਫ਼ੋਨ ਨੰਬਰ ਹੈ। ਅਤੇ ਹਾਜ਼ਰੀਨ, ਬਿਨਾਂ ਕਿਸੇ ਦੇਰੀ ਤੋਂ ਆਓ ਆਪਾਂ ਜੁੜਦੇ ਹਾਂ ਸਾਡੀ ਲਗਾਤਾਰ ਜਿਹੜੀ ਸੈਗਮੈਂਟ ਚੱਲ ਰਹੀ ਹੈ, ਗੱਲਾਂ ਕਰੀਏ ਮੂੰਹ 'ਤੇ। ਹਾਜ਼ਰੀਨ, ਸਵਾਗਤ ਤੁਹਾਡਾ ਗੱਲਾਂ ਕਰੀਏ ਮੂੰਹ 'ਤੇ ਪ੍ਰੋਗਰਾਮ ਸੈਗਮੈਂਟ ਵਿੱਚ। ਅੱਜ ਦੀ ਜਿਹੜੀ ਸੈਗਮੈਂਟ ਹੈ ਇਹਦੇ ਵਿੱਚ ਅਸੀਂ ਕੁਛ ਐਸੀਆਂ ਗੱਲਾਂ ਲਈਆਂ ਨੇ, ਉਹ ਆਸ ਨਹੀਂ, ਉਮੀਦ ਵੀ ਨਹੀਂ ਕਿ ਯਕੀਨ ਹੈ ਕਿ ਤੁਹਾਨੂੰ ਉਹ ਪਸੰਦ ਆਉਣੀਆਂ ਹੀ ਆਉਣੀਆਂ ਹਨ। ਪਹਿਲੀ ਇੱਕ ਬੜੀ ਵਧੀਆ ਗੱਲ ਹੈ, ਸੁਝਾਅ ਹੈ ਸਾਡੇ ਭੈਣ ਜੀ ਮਨਮੋਹਨ ਕੌਰ ਜੀ ਹੋਣਾ ਨੇ, ਜਿਹੜੀਆਂ ਪਤਨੀਆਂ ਨੇ ਉਹਨਾਂ ਨੂੰ ਹਦਾਇਤਨਾਮਾ ਜਾਂ ਨਸੀਹਤ ਦਿੱਤੀ ਹੈ, ਬੜੀ ਕਮਾਲ ਦੀ ਹੈ। ਉਹ ਸਾਰੀਆਂ ਉਹਨਾਂ ਪਤਨੀਆਂ ਨੂੰ ਗੁਜ਼ਾਰਿਸ਼ ਕਰ ਰਹੇ ਨੇ ਜਿਹੜੀਆਂ ਕੋਈ 35-40 ਸਾਲ ਦੇ ਨੇੜੇ ਟੁੱਕਦੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ 35-40 ਸਾਲ ਦੀਆਂ ਪਤਨੀਆਂ ਹੋ ਜਾਂਦੀਆਂ ਆ ਤਾਂ ਪਤਨੀਆਂ ਜਿਹੜੀਆਂ ਨੇ ਉਹ ਆਪਣੇ ਪਤੀ ਵੱਲੋਂ ਅਵੇਸਲੀਆਂ ਹੋ ਜਾਂਦੀਆਂ ਨੇ। ਇਸ ਉਮਰ ਵਿੱਚ ਔਰਤ ਕਈ ਹਿੱਸਿਆਂ 'ਚ ਵੰਡੀ ਜਾਂਦੀ ਹੈ, ਬੱਚਿਆਂ 'ਚ, ਮਾਪਿਆਂ 'ਚ, ਗ੍ਰਸਤ ਅਤੇ ਗ੍ਰਸਤੀ ਅੰਦਰ
ਦੇ ਬਾਹਰ ਅੰਦਰ ਦੇ ਜਿਹੜੇ ਕੰਮ ਨੇ ਉਹਨਾਂ ਵਿੱਚ ਵੰਡੀ ਜਾਂਦੀ ਹੈ। ਉਹਨੂੰ ਬੱਚਿਆਂ ਦੇ ਖਾਣ ਪੀਣ ਦੀ ਪਸੰਦ ਦਾ ਧਿਆਨ ਰਹਿੰਦਾ, ਪਰ ਪਤੀ ਦੀ ਪਸੰਦ ਦਾ ਖਾਣਾ ਬਣਾਉਣ ਲਈ ਹੁਣ ਤਿਮਾਹੀ ਛਮਾਹੀ ਬਾਅਦ ਹੀ ਧਿਆਨ ਆਉਂਦਾ। ਹਰ ਗੱਲ ਲਈ ਬੱਚਿਆਂ ਨੂੰ ਪਹਿਲ ਮਿਲ ਜਾਂਦੀ ਆ। ਸਵੇਰ ਹੁੰਦਿਆਂ ਹੀ ਹੁਣ ਪਤੀ ਦੇਵ ਨੂੰ ਪਹਿਲਾਂ ਵਾਂਗੂ ਮੁਸਕਰਾਹਟ ਭਰਿਆ ਚੁੰਮਣ ਤਾਂ ਭੁੱਲ ਹੀ ਜਾਂਦੀਆਂ ਅਸੀਂ, ਕਿਉਂਕਿ ਪਤਨੀ ਦੀ ਗੋਦ 'ਚ ਇੱਕ ਬੱਚਾ ਹੁੰਦਾ ਆ ਤੇ ਦੂਸਰਾ ਸਕੂਲ ਜਾਣ ਲਈ ਤਿਆਰ ਹੋਣ ਲਈ ਆਲੇ ਦੁਆਲੇ ਘੁੰਮਰਿਆ ਹੁੰਦਾ, ਤੇ ਪਤੀ ਸ਼ੋਧਾ ਮੋਢੇ ਤੇ ਤੌਲੀਆ ਰੱਖ ਕੇ ਨਹਾਉਣ ਲਈ ਵਾਸ਼ਰੂਮ 'ਚ ਚਲਿਆ ਜਾਂਦਾ ਹੈ। ਹੁਣ ਬੈੱਡ ਟੀ ਤਾਂ ਨਸੀਬ ਕੀ ਹੋਣੀ ਹੈ। ਬ੍ਰੇਕਫਾਸਟ ਵੀ ਆਪੇ ਹੀ ਪਲੇਟ 'ਚ ਪਰੋਸ ਕੇ ਡਾਈਨਿੰਗ ਟੇਬਲ ਦੀ ਨੁੱਕਰ 'ਤੇ ਬੈਠ ਕੇ ਨਿਵਾਲੇ ਬਣਾ ਕੇ ਖਾਣੇ ਸ਼ੁਰੂ ਕਰ ਦਿੰਦਾ ਵਿਚਾਰਾ। ਸਵੇਰ ਤੋਂ ਰਾਤ ਤੱਕ ਪਿਛਲੀਆਂ ਹਸੀਨ ਯਾਦਾਂ ਤੇ ਪਲ ਭਰ ਦਾ ਸਾਥ ਮਿਲਣ ਦੀਆਂ ਹਸਰਤਾਂ ਵਿੱਚ ਹੀ ਗੁਆਚਿਆ ਰਹਿੰਦਾ ਹੈ। ਜੇ ਕਾਰ ਜਾਂ ਸਕੂਟਰ 'ਤੇ ਦੋਵੇਂ ਇਕੱਠੇ ਆਫਿਸ ਜਾਣ ਤਾਂ ਪਤਨੀ ਜੀ ਦੀ ਪਹਿਲੀ ਵਾਲੀ ਸ਼ੌਕੀ ਜਿਹੜੀ ਹੈ ਉਹ ਗੁਆਚੀ ਹੁੰਦੀ ਹੈ। ਬਸ ਗੁੰਮਸੁੰਮ ਰਲੀ ਖੁਲੀ ਦੂਰ ਫਿਜ਼ਾ 'ਚ ਦੇਖਦੀ ਪਤਝੜ ਦੇ ਸੁੱਕੇ ਪੱਤੇ ਵਾਂਗੂ ਰਾਸਹੀਨ ਜਾਪਦੀ ਹੈ। ਬਸ ਸੁਧਾਰਨ ਜਿਹਾ ਸੂਟ, ਚੱਪਲ, ਤੇਲ ਰਹਿਤ ਖੁਸ਼ਕ ਵਾਲ, ਭੱਦੇ ਹੱਥ ਪੈਰ, ਟੁੱਟੇ ਫੁੱਟੇ ਨਹੁੰ, ਉਨਿੰਦਰੀਆਂ ਅੱਖਾਂ, ਚੁਸਤੀ ਗਾਇਬ, ਮੰਦੋਲੀ ਜਿਹੀ ਗੁੱਡੀ ਵਾਂਗੂ ਨਜ਼ਰ ਆਉਂਦੀ ਆ। ਔਰਤ ਜਾਂ ਪਤਨੀਆਂ ਇਹ ਸ਼ਿਵ ਮੰਦਰ ਬਿਨਾਂ ਨਾਗਾ ਟੱਲ ਖੜਕਾਉਂਦੀਆਂ ਨੇ, ਸ਼ਿਵਲਿੰਗ ਦੀ ਪੂਜਾ ਕਰਦੀਆਂ ਨੇ, ਪਰ ਘਰ ਬੈਠੇ ਸ਼ਿਵ ਰੂਪੀ ਪਤੀਆਂ ਨੂੰ ਵਿਸਾਰ ਦਿੰਦੀਆਂ ਨੇ। ਕੰਮ ਵਿੱਚ ਔਰਤ ਅੰਤਰਮੁਖੀ ਹੁੰਦੀ ਹੈ, ਪਰ ਮਰਦ ਬਾਹਰਮੁਖੀ ਹੁੰਦਾ। ਕੰਮ ਲਈ ਉਹ ਪਤਨੀ ਨੂੰ ਪੂਰੇ ਦੀ ਪੂਰੀ ਚਾਹੁੰਦਾ, ਵੰਡੀ ਹੋਈ ਨਹੀਂ। ਰਾਤੀ ਪਤੀ ਪਤਨੀ ਦਾ ਇੰਤਜ਼ਾਰ ਕਰਦਾ, ਪਰ ਉਹ ਰਸੋਈ ਸੰਭਾਲ ਕੇ ਬੱਚਿਆਂ ਨੂੰ ਸੁਆ ਕੇ ਬਾਸੀਆਂ ਮਾਰਦੀ ਕਮਰੇ 'ਚ ਆਉਂਦੀ ਹੈ ਤਾਂ ਪਤੀ ਤੋਂ ਪਾਸਾ ਉਲੇਟ ਕੇ ਸੌਂ ਜਾਂਦੀ ਹੈ, ਤੇ ਪਤੀ ਵਿਚਾਰਾ ਨਿੰਮੂ ਝੋਣਾ ਹੋਇਆ ਪਾਸੇ ਮਾਰਦਾ ਜਗਰਾਤੇ ਕੱਟਦਾ ਰਹਿੰਦਾ। ਹਾਰ ਕੇ ਸਵੇਰੇ ਆਫਿਸ ਤੋਂ 2 ਘੰਟੇ ਦੀ ਛੁੱਟੀ ਲੈ ਕੇ ਘਰ ਆਉਂਦਾ ਤਾਂ ਪਤਨੀ ਕੱਪੜੇ ਵਾਸ਼ਿੰਗ ਮਸ਼ੀਨ 'ਚ ਬਿਜੀ ਹੁੰਦੀ ਆ, ਕੱਪੜੇ ਧੋ ਰਹੀ ਹੁੰਦੀ ਹੈ ਵਿਚਾਰੀ। ਜੇ ਆਫਿਸ 'ਚ ਹੁੰਦੀ ਹੈ ਤਾਂ ਬੌਸ ਨਾਲ ਅਰਜੈਂਟ ਮੀਟਿੰਗ 'ਚ ਹੁੰਦੀ ਆ। ਪਤੀ ਦੀਆਂ ਨਜ਼ਰਾਂ ਨੂੰ ਅਣਗੌਲਾ ਕਰ ਦਿੰਦੀਆਂ ਹਨ। ਸਾਰੇ ਕੰਮ ਛੱਡ ਕੇ ਪਹਿਲਾਂ ਵਾਂਗੂ ਪਤੀ ਨੂੰ ਪੂਰਾ ਪਿਆਰ ਤੇ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਗ੍ਰਹਿਸਥ ਜੀਵਨ ਦਾ ਸਾਰਥੀ ਉਹੀ ਹੈ, ਉਹੀ ਹੈ, ਉਹੀ ਹੈ, ਉਹ ਹੈ ਵਿਚਾਰਾ ਪਤੀ। ਮਰਦ ਵਿਚਾਰਾ ਕੀ ਕਰੇ? ਪਤਨੀਓ ਜੀ, ਕਦੇ ਵੀ ਮਰਦ ਤੋਂ ਵੇਸਲੀਆਂ ਨਾ ਹੋਵੋ। ਸਵੇਰੇ ਉੱਠ ਕੇ ਪਤੀ ਨਾਲ ਬੈੱਡ ਟੀ ਦੀਆਂ ਚੁਸਕੀਆਂ ਲਵੋ। ਉਹਦੀ ਤੁਹਾਡੀ ਮੁਸਕਰਾਹਟ ਨਾਲ ਹੀ ਉਹਦੀ ਚਾਹ ਦੇ ਵਿੱਚ ਚੀਨੀ ਘੁਲ ਜਾਣੀ ਆ। ਚਲੋ 10 ਮਿੰਟ ਲਈ ਹੀ ਸਹੀ ਉਹਦੇ ਪਹਿਲੂ ਵਿੱਚ ਜ਼ਰੂਰ ਬੈਠੋ। ਪਤੀ ਨੂੰ ਵੀ ਨਾਸ਼ਤਾ, ਲੰਚ ਤੇ ਡਿਨਰ ਉਹਦੀ ਪਸੰਦੀਦਾ ਕਰਾਓ। ਹਮੇਸ਼ਾ ਸੋਹਣੇ ਕੱਪੜੇ ਪਾ ਕੇ ਪਤੀ ਨੂੰ ਮਨਭਾਉਂਦੇ ਕੱਪੜੇ ਪਾਓ। ਪਤੀ ਦੀ ਹਰ ਪਸੰਦ ਦਾ ਧਿਆਨ ਰੱਖੋ। ਰਾਤ ਨੂੰ ਵੀ ਇੱਕ ਪੈਰ ਪਤੀ ਲਈ ਗਿਰਵੀ ਰੱਖੋ। ਵੀਕਐਂਡ ਤੇ ਪਤੀ ਨਾਲ ਜ਼ਿਆਦਾ ਸਮਾਂ ਗੁਜ਼ਾਰੋ, ਨਹੀਂ ਤਾਂ ਪਤੀ ਵਿਚਾਰਾ ਕੀ ਕਰੇ? ਪਰ ਨਾਰੀ ਕਾ ਚਿਤਵਨ ਕਰੇ। ਸੋ ਇਹ ਭੈਣ ਜੀ ਮਨਮੋਹਨ ਹੋਣਾ ਦੀ ਇੱਕ ਹਦਾਇਤਨਾਮੀ ਗੁਜ਼ਾਰਿਸ਼ ਸੀ। ਸੋ ਉਹਨਾਂ ਦੀ ਹੀ ਇੱਕ ਹੋਰ ਗੱਲ ਹੈ। ਉਹ ਕਹਿੰਦੇ ਕਿ ਇੰਡੀਆ ਰਹਿੰਦਿਆਂ ਮੇਰੇ ਸਾਹਿਬ ਜੀ ਨੇ ਇੱਕ ਵਾਰੀ ਬਹੁਤ ਖਫਾ ਹੋ ਕੇ ਮੈਨੂੰ ਵੀ ਜਿਮ ਲਿਜਾਣਾ ਸ਼ੁਰੂ ਕਰ ਦਿੱਤਾ, ਪਰ ਮੇਰੀ ਵੀ ਇੱਕ ਸ਼ਰਤ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਦੋਵੇਂ ਕੌਣ ਹਾਂ, ਪਤੀ ਪਤਨੀ ਹਾਂ ਜਾਂ ਵੈਸੇ ਜਾਂਦੇ ਹਾਂ। ਕਹਿੰਦੇ ਜਿਮ ਜਾਂਦਿਆਂ ਨੂੰ 2 ਮਹੀਨੇ ਹੋ ਗਏ, ਚੰਗੇ ਨਤੀਜੇ ਵੀ ਦਿਸਣ ਲੱਗ ਪਏ, ਸਰੀਰ ਥੋੜ੍ਹਾ ਜਿਹਾ ਸੈੱਟ ਹੋਣ ਲੱਗ ਪਿਆ। ਆਪਣੀ ਆਦਤ ਅਨੁਸਾਰ ਸ਼ਰਮਾ ਜੀ ਨੇ ਜਿਮ ਦੌਰਾਨ ਕੋਈ ਗੱਲ ਨਾ ਕਰਨੀ, ਜਿਹੜੇ ਭੈਣ ਜੀ ਦੇ ਹਸਬੈਂਡ ਸੀਗੇ, ਅਤੇ ਨਾ ਹੀ ਕੋਈ ਆ ਕੇ ਕੋਈ ਨਾ ਕੋਈ ਗੱਲ ਆ ਕੇ ਕਈ ਵਾਰੀ ਜਿਮ ਦਰਮਿਆਨ ਕਰ ਜਾਣਾ ਅਤੇ ਆਂਦੀ ਮੈਂ ਹਾਂ ਕਰ ਛੱਡਣੀ। ਆਂਦੇ ਮੇਰੇ ਨਾਲ ਹੀ ਇੱਕ ਨਾਮੀ ਕਾਲਜ ਦੀ ਪ੍ਰੋਫੈਸਰ, ਹੁਣ ਪ੍ਰਿੰਸੀਪਲ ਆ, ਉਹ ਵੀ ਕਾਰਡੀਓ ਕਰਦੀ ਹੁੰਦੀ ਸੀ। ਇੱਕ ਦਿਨ ਕਹਿੰਦੇ ਅਸੀਂ ਦੋਵੇਂ ਜਾਣੀ ਐਕਸਰਸਾਈਜ਼ ਕਰੀ ਜਾਈਏ ਤਾਂ ਸਾਹਿਬ ਹੁਣੀ ਫਿਰ ਕੋਲ ਜੇ ਆ ਕੇ ਹੌਲੀ ਜੀ ਕੋਈ ਕੰਨ 'ਚ ਕਹਿ ਗਏ। ਫਿਰ ਚਲੇ ਗਏ ਆਪਣੇ ਜਿਮ ਦੇ ਉੱਤੇ, ਐਕਸਰਸਾਈਜ਼ ਸ਼ੁਰੂ ਕੀਤੀ ਹੋਈ ਸੀ ਉਹਨਾਂ ਨੇ, ਸ਼ਰਮਾ ਜੀ ਨੇ, ਅਤੇ ਨਾਲ ਦੇ ਮੈਡਮ ਜੀ ਹੈਰਾਨ ਹੋਏ ਅਤੇ ਉਹਨਾਂ ਨੇ ਸਹਿਜੇ ਨੇ ਪੁੱਛਿਆ ਇਹ ਤੁਹਾਡੇ ਨੌਨ ਨੇ? ਕਹਿੰਦੇ ਜੀ ਮੈਂ ਖੁਦ ਜਵਾਬ ਦੇਣ ਦੀ ਥਾਂ 'ਤੇ ਸ਼ਰਮਾ ਜੀ ਨੂੰ ਹੀ ਆਵਾਜ਼ ਮਾਰੀ ਕਿ ਮੈਡਮ ਜੀ ਕੁਝ ਪੁੱਛ ਰਹੇ ਨੇ। ਹਾਂ ਪੁੱਛੋ ਜੀ ਮੈਡਮ ਜੀ, ਪੁੱਛੋ ਕੀ ਕਹਿ ਰਹੇ ਸੀ? ਅਤੇ ਮੈਡਮ ਕਹਿੰਦੇ ਜੀ ਮੈਂ ਪੁੱਛ ਰਹੀ ਸੀ ਕਿ ਸਰ ਤੁਹਾਨੂੰ ਜਾਣਦੇ ਨੇ? ਅਤੇ ਮੈਂ ਕਿਹਾ ਹਾਂਜੀ। ਸ਼ਰਮਾ ਜੀ ਨੇ ਜਵਾਬ ਦਿੱਤਾ ਜੀ ਮੇਰੀ ਜਗ੍ਹਾ 'ਤੇ
ਕਹਿੰਦੇ ਇਹਨਾਂ ਦੇ ਸਾਰੇ ਖਾਨਦਾਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਬੜੀ ਗੂੜੀ ਰਿਸ਼ਤੇਦਾਰੀ ਹੈ ਇਹਨਾਂ ਨਾਲ, ਗੂੜੀ ਰਿਸ਼ਤੇਦਾਰੀ। ਕਹਿੰਦੇ ਗੂੜੀ ਰਿਸ਼ਤੇਦਾਰੀ ਸਰ ਜੀ, ਇਹ ਕੀ ਬੁਝਾਰਤਾਂ ਪਾਈ ਜਾਂਦੇ ਹੋ? ਸ਼ਰਮਾ ਜੀ ਕਹਿੰਦੇ ਬੁਝਾਰਤ ਨਹੀਂ ਜੀ, ਰਿਸ਼ਤੇਦਾਰੀ ਹੈ ਹੀ ਬੜੀ ਗੂੜੀ, ਮੇਰੇ ਬੱਚੇ ਇਹਨੂੰ ਮੰਮੀ ਕਹਿੰਦੇ ਆ। ਸੋ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਸਰਗੋਸ਼ੀਆਂ ਹੁੰਦੀਆਂ ਰਹਿੰਦੀਆਂ ਨੇ। ਕੌਰ ਸੰਧੂ ਉਹਨਾਂ ਨੇ ਇੱਕ ਗੱਲ ਸਾਂਝੀ ਕੀਤੀ ਸਾਡੇ ਨਾਲ। ਉਹ ਕਹਿੰਦੇ ਪਹਿਲਾਂ ਤਾਂ ਝਾਈ ਦੀ ਨੂੰਹ ਨੇ ਉਹਦੇ ਸੂਟ ਨੂੰ ਧੋਣ ਲੱਗਿਆ ਵਾਹ ਥਾਪੀ ਨਾਲ ਥਪੇੜਿਆ, ਫਿਰ ਖੂਬ ਬੁਰਸ਼ ਕਸਾਈ ਕੀਤੀ, ਫਿਰ ਤਾਰ ਤੇ ਪਾਉਣ ਲੱਗੀ ਨੇ ਨਿਚੋੜ ਦੇ ਬਹਾਨੇ ਕਾਫੀ ਵੱਟ ਚਾੜਿਆ। ਹਾਰ ਕੇ ਝਾਈ ਹੋਣੀ ਉਬਲੀ ਪਏ, ਕਹਿੰਦੇ ਨਹੀਂ ਵੈਰ ਨੇ ਕਿਉਂ ਮੇਰੇ ਸੂਟ ਦੀ ਜਾਨ ਕੱਢਦੀ ਪਈ ਆ, ਇਹਦੋਂ ਤੇ ਚੰਗਾ ਮੇਰੇ ਹੀ 4 ਮੁੱਕੀਆਂ ਮਾਰ ਲੈਂਦੀ। ਸੋ ਅਗਲੀ ਗੱਲ ਜਸ਼ਵੰਤ ਸਿੰਘ ਹੁਣਾਂ ਨੇ ਸਾਂਝੀ ਕੀਤੀ ਆ। ਉਹ ਕਹਿੰਦੇ ਜੀ ਕੁੱਤਾ ਇੱਕ ਵਫਾਦਾਰ ਜਾਨਵਰ ਹੁੰਦਾ, ਇਸ ਬਾਰੇ ਆਪ ਸਾਰੇ ਭਲੀ ਭਾਂਤ ਜਾਣੂ ਹੋਵੋਗੇ, ਪਰ ਇਸ ਦਾ ਆਤੰਕ ਵੀ ਆਪ ਸਭ ਨੇ ਵੇਖਿਆ ਪੜ੍ਹਿਆ ਸੁਣਿਆ ਹੋਵੇਗਾ। ਕਹਿੰਦੇ ਜੀ 70ਵੇਂ ਦਸ਼ਕ ਵਿੱਚ ਇਸ ਦਾ ਆਤੰਕ ਸਾਡੇ ਪਰਿਵਾਰ ਨੇ ਵੀ ਵੇਖਿਆ ਤੇ ਹੰਢਾਇਆ। ਕਹਿੰਦੇ ਜੀ ਮੈਨੂੰ ਆਪਣੇ ਸਵਰਗਵਾਸੀ ਪਿਤਾ ਜੀ ਤੋਂ ਕੁੱਤੇ ਬਾਰੇ ਸੁਣੀਆਂ ਕੁਝ ਹੇਠ ਲਿਖੀਆਂ ਸਤਰਾਂ ਅੱਜ ਵੀ ਯਾਦ ਨੇ। ਉਹਨਾਂ ਦਾ ਕਹਿਣਾ ਸੀ, ਕੁੱਤਾ ਸੋ ਜੋ ਕੁੱਤਾ ਪਾਲੇ, ਕੁੱਤਾ ਦੋਤਾ ਨਾਨੇ ਹਾਲੇ, ਕੁੱਤਾ ਸੋ ਜੋ ਘਰ ਜਵਾਈ, ਸਭ ਤੋਂ ਵੱਡਾ ਕੁੱਤਾ ਸੋ ਜੋ ਫਿਰੇ ਸੰਗ ਜਵਾਈ। ਉਕਤ ਵਿਚਾਰਧਾਰਾ ਦੇ ਬਾਵਜੂਦ ਕਹਿੰਦੇ ਜੀ ਸਾਡੀ ਜਿੱਦ ਅੱਗੇ ਝੁਕਦੇ ਹੋਏ ਪਿਤਾ ਜੀ ਨੇ ਇੱਕ ਦਿਨ ਕੁੱਤਾ ਲੈ ਆਂਦਾ। ਆਂਦੇ ਨਸਲ ਦਾ ਤੇ ਮੈਨੂੰ ਪਤਾ ਨਹੀਂ, ਪਰ ਹੈ ਬੜਾ ਖਤਰਨਾਕ ਸੀ, ਕਾਲੇ ਪੀਲੇ ਰੰਗ ਦਾ ਸੀ, ਹੈ ਤਾਂ ਬੱਚਾ ਹੀ ਸੀ ਪਰ ਕੱਦ ਕਾਠੀ ਆਪ ਕਤੂਰੇ ਨਾਲੋਂ ਜ਼ਿਆਦਾ ਸੀ। 3-4 ਮਹੀਨੇ ਦਾ ਹੋਊਗਾ। ਭੌਂਕਦਾ ਸੀ ਤਾਂ ਦੂਰੋਂ ਤੱਕ ਸੁਣਿਆ ਜਾਂਦਾ ਸੀਗਾ, ਦੂਰ ਤੱਕ ਆਵਾਜ਼ ਜਾਂਦੀ ਸੀ ਉਹਦੀ। ਵੱਡੇ ਵੱਡੇ ਕੁੱਤਿਆਂ ਨਾਲ ਪੰਗਾ ਲੈਣ ਲਈ ਸੰਗਲੀ ਤੜਾ ਕੇ ਪੂਰਾ ਜ਼ੋਰ ਲਾ ਦਿੰਦਾ ਸੀ। ਘਰ ਆਏ ਨੂੰ ਹਾਲੇ 2-3 ਦਿਨ ਹੀ ਹੋਏ ਸੀ ਕਿ ਉਹਨੂੰ ਟੀਕਾ ਲਗਵਾਉਣ ਦੀ ਗੱਲ ਚੱਲ ਰਹੀ ਸੀ ਘਰ ਦੇ ਵਿੱਚ, ਵੀ ਇਹਨੂੰ ਟੀਕਾ ਲਵਾ ਲਈਏ। ਇਸ ਤੋਂ ਪਹਿਲਾਂ ਕਿ ਉਹਨੂੰ ਟੀਕਾ ਲੱਗਦਾ, ਉਹਨੇ ਦੇ ਘਰ ਦੇ 3 ਜੀਆਂ ਨੂੰ ਟੀਕਾ ਲਾ ਦਿੱਤਾ, ਸਾਰਾ ਟੱਬਰ ਹਸਪਤਾਲ ਦੇ ਗੇੜੇ 'ਚ ਪਾ ਦਿੱਤਾ। ਇਸ ਤੋਂ ਬਾਅਦ ਕਹਿੰਦੇ ਜੀ ਅਸੀਂ ਕੁੱਤਾ ਰੱਖਣ ਦੀ ਮੁੜ ਗੁਸਤਾਖੀ ਕਦੇ ਨਹੀਂ ਕੀਤੀ। ਦੂਜੇ ਪਾਸੇ ਜੀ ਫਲੇਲ ਸਿੰਘ ਸਿੱਧੂ ਹੋਣੀ ਕਹਿੰਦੇ ਕਿ ਇੰਡੀਆ 'ਚ ਗਏ ਅਸੀਂ ਤੇ ਇੱਕ ਬਾਬਾ ਜਿਹੜਾ ਸਾਈਕਲ ਦੀ ਪਿਛਲੀ ਕਾਠੀ ਤੇ ਟੋਕੜਾ ਬੰਨ੍ਹ ਕੇ ਨਾ ਆਂਡੇ ਵੇਚਦਾ ਸੀਗਾ। ਜਦੋਂ ਆਂਡੇ ਵੇਚ ਰਿਹਾ ਸੀ ਤੇ ਮੈਂ ਕਿਹਾ ਜੀ ਪਲੀਜ਼ ਮੇਰੇ ਨਾਲ ਇੱਕ ਫੋਟੋ ਖਿਚਾ ਲਓ ਤੁਹਾਡੀ, ਮੈਂ ਇੱਕ ਫੋਟੋ ਖਿੱਚ ਲਾਂ। ਪਰ ਬਾਬਾ ਬਿਲਕੁਲ ਹੀ ਨਾ ਮੰਨੇ। ਮੈਂ ਬਾਬੇ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬਾਬਾ ਤੇਰੀ ਫੋਟੋ ਸਾਰੀ ਦੁਨੀਆ ਨੇ ਦੇਖਣੀ ਆ, ਤੈਨੂੰ ਕੋਈ ਖੁਸ਼ੀ ਨਹੀਂ ਹੋ ਰਹੀ? ਪਰ ਬਾਬੇ ਦੀ ਸੂਈ ਨਾ ਮਾਨੂੰ ਤੇ ਅੜੀ ਹੋਈ ਸੀ। ਬਾਬੇ ਨੂੰ ਫੇਸਬੁੱਕ ਜਾਂ ਸੋਸ਼ਲ ਮੀਡੀਆ ਬਾਰੇ ਸਮਝਾਉਣਾ ਤਾਂ ਦੂਰ, ਹੋਰ ਹੀ ਔਖਾ ਉਹ ਤੇ ਅੱਗੋਂ ਹੋਣ ਲੱਗ ਪਿਆ। ਖੈਰ ਕਹਿੰਦੇ ਟੇਢੀ ਖੀਰ ਸੀ, ਪਰ ਬਾਬੇ ਦਾ ਹੋਕਾ ਤਾਜ਼ੇ ਆਂਡੇ ਲੈ ਲਓ, ਤਾਜ਼ੇ ਆਂਡੇ ਆਂਦਾ। ਜਦੋਂ ਇੱਦਾਂ ਕਹਿੰਦਾ ਮੈਨੂੰ ਬਹੁਤ ਵਧੀਆ ਫੋਟੋ ਖਿੱਚਣ ਲਈ ਮਜਬੂਰ ਹੋਣਾ ਪੈ ਰਿਹਾ ਸੀ, ਪਤਾ ਨਹੀਂ ਕਿਉਂ। ਅਜਿਹੇ ਮੌਕਿਆਂ ਦਾ ਮੇਰੇ ਕਿਸੇ ਪੱਤਰਕਾਰ ਦੀ ਰੂਹ ਕਿਵੇਂ ਕੋ ਸਪੈਡ ਕਰ ਜਾਂਦੀ ਆ, ਸਮਝੋ ਹੀ ਕੁਝ ਨਾ। ਕਹਿੰਦੇ ਵੀ ਕਿਸੇ ਦਾ ਭਰੋਸਾ ਜਿੱਤ ਕੇ ਦਿਲ ਦਾ ਅੰਦਰਲਾ ਰਾਜ ਜਾਨਣਾ ਇੰਨਾ ਸੌਖਾ ਨਹੀਂ ਹੁੰਦਾ। ਚਲੋ ਜੀ, ਕਹਿੰਦੇ ਜੀ ਕਾਫੀ ਸਮਾਂ ਲੰਮਾ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਜੀ। ਗੱਲਾਂ 'ਚ ਵੀ ਬਾਬਾ ਆਪਣੇ ਮਨ ਦਾ ਡਰ ਬੋਲਾਂ ਤੇ ਲੈ ਹੀ ਆਇਆ। ਆਸੇ ਪਾਸੇ ਜੇ ਦੇਖ ਕੇ ਕਹਿੰਦਾ, ਸਾਹਿਬ ਜੀ ਫੋਟੋ ਤੇ ਮੈਂ ਇਸ ਕਰਕੇ ਨਹੀਂ ਖਿਚਾਉਂਦਾ ਵੀ ਕਿਤੇ ਸਰਕਾਰ ਮੈਨੂੰ ਟੈਕਸੀ ਨਾ ਲਾ ਦੇ। ਅਗਲੀ ਗੱਲ ਰਾਜਦੀਪ ਕੌਰ ਹੁਣ ਖਾਲਸਾ ਨੇ ਸਾਡੇ ਨਾਲ ਸਾਂਝੀ ਕੀਤੀ ਆ। ਕਹਿੰਦੇ ਜੀ ਅਸੀਂ ਜਿਪਸੀ 'ਚ ਸਵਾਰ ਹੋ ਕੇ ਸ਼ਹਿਰੋਂ ਮੇਰੇ ਜਨਮ ਦਿਨ ਦੀ ਖਰੀਦੋ ਫਰੋਖਤ ਕਰਕੇ ਵਾਪਸ ਆਪਣੇ ਆਲਣੇ ਵੱਲ ਜਾ ਰਹੇ ਸਾਂ। ਵਨ ਵੇ ਤੇ ਸਾਡੇ ਅੱਗੇ ਇੱਕ ਟਰੈਕਟਰ ਜਾਵੇ ਜਿਹਦੇ ਮਗਰ ਰੇਤੇ ਵਾਲੀ ਟਰਾਲੀ ਪਾਈ ਹੋਈ ਸੀ। ਉੱਚੀ ਆਵਾਜ਼ ਤੇ ਗੀਤ ਚੱਲ ਰਹੇ ਸਨ। ਪਿੱਛੋਂ ਅਸੀਂ ਹਾਰਨ ਮਾਰ ਥੱਕ ਗਏ, ਪਰ ਟਰੈਕਟਰ ਵਾਲਾ ਕਮਾਲ ਦਾ ਬੰਦਾ ਸੀ ਕਿ ਸੁਣੀ ਨਹੀਂ ਸੀ ਰਿਹਾ। ਗੁੱਸੇ ਜਾ ਕੇ ਹਸਬੈਂਡ ਕਹਿੰਦੇ ਮੇਰਾ ਸਾਲਾ ਸੁਣਦਾ ਹੀ ਨਹੀਂ। ਮੈਂ ਵੀ ਇੱਕਦਮ ਹੈਰਾਨ ਰਹਿ ਗਈ ਵੀ ਅੱਗੇ ਪਿੱਛੇ ਕਦੇ ਗਾਲ ਨਹੀਂ ਕੱਢੀ, ਅੱਜ ਕੀ ਹੋ ਗਿਆ ਇਹਨਾਂ ਨੂੰ। ਮੈਂ ਟੋਕਿਆ, ਉਹਨਾਂ ਨੂੰ ਵੀ ਪਛਤਾਵਾ ਹੋਇਆ ਤੇ ਕਹਿੰਦੇ ਸੌਰੀ, ਹੁਣ ਤਾਂ ਕੱਢੀ ਗਈ ਗਾਲ ਪਈ, ਹੁਣ ਵਾਪਸ ਤਾਂ ਆ ਨਹੀਂ ਸਕਦੀ। ਇਹਨਾਂ ਨੂੰ ਖੇਤ 'ਚ ਕੰਮ ਕਰਦੇ ਕਿਸੇ ਕਿਸਾਨ ਨੇ ਉਹਨੂੰ ਇਸ਼ਾਰਾ ਕੀਤਾ ਤਾਂ ਜਾ ਕੇ ਉਹਨੇ ਸਾਈਡ ਦਿੱਤੀ। ਜਦੋਂ ਕੋਲੋਂ ਦੀ ਲੰਘਣ ਲੱਗੇ ਤੇ ਮੈਂ ਬਾਹਰ ਦੇਖ ਕੇ ਡਰਾਈਵਰ ਨੂੰ ਕੁਝ ਬੋਲਣ ਲੱਗੀ ਤਾਂ ਡਰਾਈਵਰ ਵੱਲ ਵੇਖ ਕੇ ਮੇਰਾ ਇੰਨੀ ਉੱਚੀ ਹਾਸਾ ਨਿਕਲਿਆ ਕਿ ਪੁੱਛੋ ਹੀ ਕੁਝ ਨਾ। ਤੇ ਹਸਬੈਂਡ ਨੂੰ ਕਿਹਾ ਬਸ ਜੀ ਚੱਕ ਦਿਓ ਸਪੀਡ, ਨਹੀਂ ਤੇ ਸੋਡਾ ਸਾਲਾ ਪਛੇਮਾਨ ਹੋਏਗਾ ਵਿਚਾਰਾ।
ਪਤਾ ਡਰਾਈਵਰ ਕੌਣ ਸੀ? ਕਹਿੰਦੀ ਮੇਰੇ ਹਸਬੈਂਡ ਦਾ ਸਾਲਾ, ਮਤਲਬ ਮੇਰੇ ਤਾਏ ਦਾ ਮੁੰਡਾ। ਪ੍ਰੋਗਰਾਮ ਲੋਕ ਆਵਾਜ਼ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਮੈਂ ਆਪ ਦਾ ਮਿੱਤਰ ਗੁਰਬਾਜ ਸ਼ੀਨਾ ਲੈ ਕੇ ਆ ਰਿਹਾ ਇੱਕ ਹੋਰ ਸ਼ਖਸੀਅਤ ਨੂੰ ਆਪ ਜੀ ਨਾਲ ਮਿਲਾਉਣ। ਤੇ ਇਸ ਪ੍ਰੋਗਰਾਮ ਦੇ ਸੰਯੋਜਕ ਹਨ ਰੀਅਲ ਅਸਟੇਟ ਅਤੇ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਦੇਣ ਵਾਲੇ ਸਰਦਾਰ ਹੀਰਾ ਸਿੰਘ ਜੀ ਰੰਧਾਵਾ। ਤੇ ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਹਨ ਡਾਕਟਰ ਦਰਸ਼ਨ ਕੌਰ ਸੋਹੀ, ਜਿਨ੍ਹਾਂ ਦਾ ਸਮਾਜਿਕ ਖੇਤਰ ਦੇ ਵਿੱਚ ਔਰ ਆਪਣੇ ਜਿਹੜੇ ਪ੍ਰੋਫੈਸ਼ਨਲ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਇਸ ਵਕਤ ਉਹ ਚੀਫ ਖਾਲਸਾ ਦੀਵਾਨ ਦਾ ਨਰਸਿੰਗ ਕਾਲਜ ਹੈ ਜੋ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਿਹਾ। ਆਓ ਅਸੀਂ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਦੇ। ਧੰਨਵਾਦ ਭਾਜੀ, ਬਹੁਤ-ਬਹੁਤ ਧੰਨਵਾਦ। ਤੇ SST TV ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਡਾਕਟਰ ਸਾਹਿਬ, ਤੁਸੀਂ ਇੱਕ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਉੱਠੇ ਔਰ ਬੜੇ ਔਖੇ ਹਾਲਾਤਾਂ ਦੇ ਵਿੱਚ ਤੁਹਾਡੀ ਪੜ੍ਹਾਈ ਹੋਈ ਤੇ ਕਈ ਵਾਰ ਤੁਹਾਨੂੰ ਪੜ੍ਹਾਈ ਛੱਡਣੀ ਵੀ ਪਈ, ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਗੱਲਬਾਤ ਹੋਈ ਉਸ ਲਿਹਾਜ਼ ਨਾਲ। ਤੇ ਦਰਸ਼ਕਾਂ ਨੂੰ ਦੱਸੋ ਕਿ ਕਿਉਂਕਿ ਇਹ ਇੱਕ ਪ੍ਰੇਰਨਾ ਸਰੋਤ ਵੀ ਹੈ ਕਿ ਇੱਕ ਔਰਤ ਹੋ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ ਇੰਨਾ ਪੜ੍ਹ ਲਿਖ ਜਾਣਾ ਔਰ ਇੰਨੇ ਉੱਚੇ ਅਹੁਦੇ ਤੇ ਪਹੁੰਚਣਾ ਇੱਕ ਵੱਡੀ ਗੱਲ ਆ। ਤੇ ਤੁਸੀਂ ਸਾਨੂੰ ਆਪਣੇ ਮੁੱਢਲੇ ਜੀਵਨ ਬਾਰੇ ਦੱਸੋ ਕਿ ਕਿਵੇਂ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਉਹਨੂੰ ਕੰਟੀਨਿਊ ਰੱਖਿਆ ਹੈ। ਭਾਜੀ, ਮੈਂ ਅੱਜ ਤੋਂ ਕੋਈ 60 ਸਾਲ ਪਹਿਲਾਂ ਸੋਈਆਂ ਕਲਾਂ ਪਿੰਡ ਦੇ ਵਿੱਚ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਜਨਮ ਲਿਆ ਸੀ। ਤੇ ਅਸੀਂ 4 ਭੈਣਾਂ ਤੇ 4 ਭਰਾ ਸੀ ਜੀ। ਤੇ ਆਮਦਨ ਵਗੈਰਾ ਘਰ ਦੀ ਕੋਈ ਬਹੁਤ ਵਧੀਆ ਨਹੀਂ ਸੀ ਹੈਗੀ, ਕਿਉਂਕਿ ਸਾਰੇ ਬਚਪਨ 'ਚ ਬੱਚੇ ਹੀ ਸੀਗੇ। ਅਸੀਂ ਇਕੱਲੇ ਫਾਦਰ ਸਾਹਿਬ ਹੀ ਸੀਗੇ ਜਿਹੜੇ ਕਮਾਈ ਕਰਦੇ ਸੀਗੇ। ਤੇ ਪਿੰਡ ਦੇ ਸਕੂਲ ਦੇ ਵਿੱਚੋਂ ਹੀ 5ਵੀਂ ਜਮਾਤ ਕਰਕੇ ਫਿਰ ਮੈਨੂੰ ਮਜੀਠੇ 6ਵੀਂ ਦੇ ਵਿੱਚ ਦਾਖਲਾ ਲੈਣਾ ਪਿਆ। ਕੁਝ ਚਾਚੇ ਤਾਏ ਚਾਹੁੰਦੇ ਸੀ ਨਾਮ ਪੜ੍ਹਿਆ ਜਾਏ, ਬੱਚੇ ਨੂੰ ਹਟਾ ਲਓ ਪੜ੍ਹਨੋਂ, ਪਰ ਮੇਰੇ ਮਦਰ ਥੋੜ੍ਹੇ ਜਿਹੇ ਪੜ੍ਹੀ ਲਿਖੀ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਪਿੱਛੋਂ। ਉਹ ਕਹਿੰਦੇ ਕਿ ਨਹੀਂ, ਮੈਂ ਤਾਂ ਆਪਣੀ ਬੇਟੀ ਨੂੰ ਪੜ੍ਹਨੇ ਪਾਣਾ ਹੀ ਪਾਣਾ, ਜੋ ਮਰਜ਼ੀ ਹੋ ਜਾਏ। ਉਹਨਾਂ ਨੇ ਮੈਨੂੰ ਮਜੀਠੇ ਦਾਖਲ ਕਰਵਾਇਆ 6ਵੀਂ ਕਲਾਸ ਦੇ ਵਿੱਚ। 3.5-4 ਕਿਲੋਮੀਟਰ ਜਿਹੜਾ ਹੈਗਾ ਇਹ ਮਜੀਠਾ ਪੈਂਦਾ ਸੀ ਸੋਈਆਂ ਕਲਾਂ ਤੋਂ। ਤੁਰ ਕੇ ਜਾਂਦੇ ਸੀ ਤੇ ਤੁਰ ਕੇ ਸਕੂਲ ਤੋਂ ਆਉਂਦੇ ਸੀ। ਤੇ ਕੋਈ ਸਾਈਕਲ ਤੱਕ ਨਹੀਂ ਸੀ ਹੈਗਾ। ਵੱਡੇ ਬ੍ਰਦਰ ਸਾਈਕਲ ਤੇ ਜਾਂਦੇ ਸੀ। ਮਦਰ ਨੇ ਕਹਿਣਾ ਕਿ ਇਹਨੂੰ ਨਾਲ ਲੈ ਜਾ ਕਰ, ਪਰ ਉਹ ਥੋੜ੍ਹਾ ਸੰਗਾਊ ਸੁਭਾਅ ਦਾ ਸੀ। ਉਹ ਕਹਿੰਦਾ ਜਾਂ ਤਾਂ ਇਹਨੂੰ ਸਾਈਕਲ ਦੇ ਦਿਓ ਤੇ ਜਾਂ ਫਿਰ ਤੁਸੀਂ ਮੈਨੂੰ ਦੇ ਦਿਓ। ਫਿਰ ਉਹ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਲੜਕੀਆਂ ਦੇ ਨਾਲ ਤੁਰ ਕੇ ਚਲੇ ਜਾਣਾ, ਤੁਰ ਕੇ ਵਾਪਸ ਆ ਜਾਣਾ। 8ਵੀਂ ਕਲਾਸ 'ਚ ਜਦੋਂ ਮੇਰੇ ਪੇਪਰ ਹੋਣ ਵਾਲੇ ਸੀ ਤੇ ਮਦਰ ਦੀ ਕੈਂਸਰ ਦੇ ਨਾਲ ਡੈਥ ਹੋ ਗਈ ਤੇ ਮੇਰੀ ਲਾਈਫ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ। ਤੇ ਮੇਰੇ ਕੁਝ ਰਿਸ਼ਤੇਦਾਰਾਂ ਨੇ ਦਬਾਅ ਪਾ ਕੇ ਮੇਰੇ ਫਾਦਰ ਸਾਹਿਬ ਤੇ ਮੈਨੂੰ ਸਕੂਲ ਤੋਂ ਹਟਾ ਲਿਆ। ਮਦਰ ਦੀ ਡੈਥ ਹੋ ਚੁੱਕੀ ਸੀਗੀ ਤੇ 3-4 ਘੰਟੇ 3-4 ਮਹੀਨੇ ਮੈਨੂੰ ਘਰੇ ਬੈਠਣਾ ਪਿਆ। ਬਹੁਤ ਰਿਕੁਐਸਟ ਕੀਤੀ ਪਰ ਉਹ ਮੈਨੂੰ ਪੜ੍ਹਨ ਸਕੂਲ ਨਹੀਂ ਸੀ ਭੇਜਦੇ। ਫਿਰ ਜਦੋਂ ਮੇਰਾ 8th ਕਲਾਸ ਦਾ ਬੋਰਡ ਦਾ ਰਿਜ਼ਲਟ ਆਇਆ ਤਾਂ ਮੈਂ ਪੂਰੇ ਬਲਾਕ 'ਚੋਂ ਟੌਪ ਕੀਤਾ। ਫਿਰ ਟੀਚਰ ਸਾਹਿਬਾਨ ਮੇਰੇ ਘਰੇ ਆਏ, ਮੇਰੇ ਫਾਦਰ ਨੂੰ ਉਹਨਾਂ ਨੇ ਕਾਉਂਸਲਿੰਗ ਕੀਤੀ, ਸਮਝਾਇਆ ਤੇ ਫਿਰ ਜਾ ਕੇ ਕਿਤੇ ਮੇਰੀ ਸਟੱਡੀ ਕੰਟੀਨਿਊ ਹੋਈ। ਫਿਰ ਉਸ ਤੋਂ ਬਾਅਦ 10ਵੀਂ ਕਲਾਸ ਕਰਕੇ ਮੇਰੇ ਕੋਲ ਆਪਸ਼ਨ ਸੀ, ਅੱਗੇ ਪੜ੍ਹਨ ਦੀ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਘਰ ਦੇ ਹਾਲਾਤ ਨਹੀਂ ਸੀ ਅਲਾਉ ਕਰ ਰਹੇ। ਫਿਰ ਮੈਂ ਸੋਚਿਆ ਕਿ 10ਵੀਂ ਤੋਂ ਬਾਅਦ ਵਾਲਾ ਕੋਈ ਕੋਰਸ ਕੀਤਾ ਜਾਵੇ। JBT 'ਚ ਵੀ ਮੇਰੀ ਵੇਖ ਕੇ ਸਿਲੈਕਸ਼ਨ ਹੋ ਗਈ ਸੀ ਤੇ ਇੱਧਰ ਨਰਸਿੰਗ ਕਾਲਜ ਦੇ ਨਰਸਿੰਗ ਸਕੂਲ ਦੇ ਵਿੱਚ ਵੀ ਮੇਰੀ ਡਿਪਲੋਮਾ ਸਟਾਫ ਨਰਸ ਦਾ ਡਿਪਲੋਮਾ ਉੱਥੇ ਹੋ ਗਈ ਸੀ। ਮੈਂ ਫਿਰ ਸਟਾਫ ਨਰਸ ਦਾ ਡਿਪਲੋਮਾ ਇਸ ਕਰਕੇ ਪ੍ਰੈਫਰ ਕੀਤਾ ਕਿ ਇੱਕ ਤਾਂ ਹੋਸਟਲ 'ਚ ਰਹਿਣਾ ਸੀਗਾ, ਥੋੜ੍ਹਾ ਸੇਫ ਵੀ ਹੋ ਜਾਂਦਾ ਰੋਜ਼ ਆਉਣ ਨਾਲੋਂ, ਇੱਕ ਸਾਨੂੰ ਥੋੜ੍ਹਾ ਵਜ਼ੀਫਾ ਵਗੈਰਾ ਇੱਥੇ ਮਿਲ ਜਾਂਦਾ ਸੀ ਸਟੂਡੈਂਟਸ ਨੂੰ। ਸੋ ਮੈਂ 3 ਸਾਲ ਦਾ ਨਰਸਿੰਗ ਦਾ ਡਿਪਲੋਮਾ ਕਰਕੇ ਕੰਪਲੀਟ ਕਰਕੇ ਅਜੇ ਮੈਂ ਫਾਈਨਲ ਈਅਰ ਵਿੱਚ ਹੀ ਕਿ ਮੇਰੀ ਸਟਾਫ ਨਰਸ ਦੀ ਪੋਸਟਿੰਗ ਹੋ ਗਈ। ਤੇ ਮੇਰੀ ਸਭ ਤੋਂ ਜਿਹੜੀ ਪਹਿਲੀ ਜੌਬ ਸੀਗੀ ਉਹ ਰਜਿੰਦਰਾ ਹਸਪਤਾਲ ਪਟਿਆਲਾ ਉੱਥੇ ਹੋਈ ਸੀ। ਤੇ ਮੇਰੀ ਪਹਿਲੀ ਜਿਹੜੀ ਤਨਖਾਹ ਸੀ ਉਹ 650 ਰੁਪਈਆ ਸੀਗੀ। ਤੇ ਛੋਟੀ ਸਿਸਟਰ ਸੀਗੀ, ਪੇਰੈਂਟਸ ਨਾ ਹੋਣ ਕਰਕੇ ਉਹਨੂੰ ਆਪਣੇ ਕੋਲ ਲੈ ਗਈ ਸੀਗੀ। ਤੇ ਉਹ ਤੇ ਮੈਂ ਬੜੇ ਆਰਾਮ ਨਾਲ 650 ਰੁਪਏ 'ਚ ਅਸੀਂ ਗੁਜ਼ਾਰਾ ਕਰ ਲੈਂਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਉੱਥੇ ਮੈਂ ਜੌਬ ਦੇ ਨਾਲ ਨਾਲ ਆਪਣੀ ਜਿਹੜੀ ਸਟੱਡੀ ਹੈ ਇਹਨੂੰ ਦੁਬਾਰਾ ਕੰਟੀਨਿਊ ਕੀਤਾ। ਪ੍ਰੈਪ ਤੋਂ ਸਟਾਰਟ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਮੈਂ BA ਫਾਈਨਲ ਕੰਪਲੀਟ ਕੀਤੀ। ਤੇ ਇਨ ਦਾ ਮੀਨ ਟਾਈਮ ਮੇਰੀ ਟ੍ਰਾਂਸਫਰ ਹੋ ਗਈ ਅੰਮ੍ਰਿਤਸਰ। ਜਦੋਂ ਮੇਰੀ ਅੰਮ੍ਰਿਤਸਰ ਟ੍ਰਾਂਸਫਰ ਹੋਈ ਸੀ ਉਦੋਂ ਫਿਰ ਇੱਥੇ ਬਲੂ ਸਟਾਰ ਆਪਰੇਸ਼ਨ ਚੱਲ ਰਿਹਾ ਸੀ ਤੇ ਉਹ ਸਾਰਾ ਜੋ ਵੀ ਦੁਖਾਂਤ ਸੀ, ਦੁਖਦਾਈ ਪੀਰੀਅਡ ਸੀ, ਉਹ ਅੱਖਾਂ ਦੇ ਨਾਲ ਸਾਰਾ ਇੱਥੇ ਅਸੀਂ ਦੇਖਿਆ। ਤੇ ਬਹੁਤ
ਔਖੇ ਹਾਲਾਤਾਂ 'ਚ ਪੜ੍ਹਾਈ ਕੀਤੀ, ਚਲੋ ਉਹ ਫਿਰ ਕੰਮ ਆਈ ਤੁਹਾਡੇ ਨਾਲ। ਹਾਂਜੀ। ਤੇ ਇਹਦੇ ਵਿੱਚ ਤੁਸੀਂ ਕਾਫੀ ਯੂਨੀਅਨ ਦੇ ਵਿੱਚ ਕੰਮ ਕੀਤਾ, ਤੁਸੀਂ ਕੈਦ ਵੀ ਕੱਟੀ, ਥੋੜਾ ਉਹਦੇ ਬਾਰੇ ਦੱਸੋ ਕਿ ਕਿਵੇਂ, ਕਿਉਂਕਿ ਲੋਕ ਆਗੂ ਜਿਹੜੇ ਹੁੰਦੇ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਵੀ ਝੱਲਣੀਆਂ ਪੈਂਦੀਆਂ ਤੇ ਸਾਰੇ ਆਗੂ ਬਣ ਵੀ ਨਹੀਂ ਸਕਦੇ, ਉਹਦੇ ਬਾਰੇ ਥੋੜਾ ਦੱਸਿਓ। ਹਾਂਜੀ, ਜਦੋਂ ਫਿਰ ਮੈਂ ਇੱਥੇ ਅੰਮ੍ਰਿਤਸਰ ਆਈ ਹਾਂ 87-88 ਦੇ ਵਿੱਚ, ਮੈਨੂੰ ਲੱਗਿਆ ਕਿ ਉਦੋਂ ਐਜੀਟੇਸ਼ਨ ਚੱਲ ਰਹੀ ਸੀ ਨਰਸਿਸ ਦੀ ਸਟੇਟ ਲੈਵਲ ਦੀ, ਤੇ ਜੇਲ੍ਹ ਭਰੋ ਅੰਦੋਲਨ ਜਿਹੜਾ ਸੀਗਾ ਉਹ ਸਟਾਰਟ ਕੀਤਾ ਹੋਇਆ ਸੀ। ਤੇ ਅਸੀਂ ਵੀ ਜਾਂਦੇ ਸੀਗੇ ਉੱਥੇ ਮਟਕਾ ਚੌਂਕ ਤੱਕ, ਜਲੂਸ ਕੱਢ ਕੇ ਜਾਂਦੇ ਸੀ, ਪੁਲਿਸ ਅਰੈਸਟ ਕਰ ਲੈਂਦੀ ਤੇ ਜੇਲ੍ਹ ਦੇ ਭੇਜ ਦਿੰਦੀ ਸੀ। ਤੇ ਪੌਣੇ 2 ਮਹੀਨੇ ਮੈਂ ਤੇ ਮੇਰੇ ਨਾਲ ਘੱਟੋ ਘੱਟ 1200 ਨਰਸਿਸ ਅਸੀਂ ਜੇਲ੍ਹ ਦੇ ਵਿੱਚ ਪੌਣੇ 2 ਮਹੀਨੇ ਜੇਲ੍ਹ ਕੱਟੀ। ਉਸ ਤੋਂ ਬਾਅਦ ਗਵਰਨਮੈਂਟ ਦੇ ਨਾਲ ਗੱਲਬਾਤ ਹੋਈ, ਕੁਝ ਮੰਗਾਂ ਮੰਨੀਆਂ ਗਈਆਂ, ਕੁਝ ਰਹਿ ਗਈਆਂ, ਤੇ ਫਿਰ ਸਾਡੀ ਜਿਹੜੀ ਉਹ ਸੀਗੀ ਸਟ੍ਰਾਈਕ ਕਾਲ ਆਫ ਹੋ ਗਈ, ਸਟ੍ਰਾਈਕ ਅਸੀਂ ਬੰਦ ਕਰ ਦਿੱਤੀ। ਤੇ ਇਹ ਜਿਹੜਾ 3-4 ਸਾਲ ਦਾ ਮੇਰਾ ਫ੍ਰੀ ਪੀਰੀਅਡ ਸੀ, ਮੈਂ ਕੋਈ ਸਟੱਡੀ ਨਹੀਂ ਕੀਤੀ, ਇਹ ਮੈਂ ਯੂਨੀਅਨ ਦੇ ਨਾਲ ਜੁੜੀ ਰਹੀ ਤੇ ਯੂਨੀਅਨ ਲਈ ਕੰਮ ਕਰਦੀ ਰਹੀ। ਇਸ ਤੋਂ ਬਾਅਦ ਫਿਰ ਮੈਂ 88 ਦੇ ਵਿੱਚ ਸਟੱਡੀ ਵਾਲੇ ਪਾਸੇ ਨੂੰ ਆਪਣਾ ਫਿਰ ਰੁਖ ਮੋੜ ਲਿਆ। ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ PGI ਦੇ ਵਿੱਚੋਂ ਮੈਂ BSc ਨਰਸਿੰਗ ਕੀਤੀ 2 ਸਾਲ ਦੀ। 1 ਸਾਲ ਇੱਥੇ ਆ ਕੇ ਵਾਪਸ ਕੰਮ ਕੀਤਾ ਤੇ ਨਾਲ ਦੀ ਨਾਲ ਫਿਰ ਉੱਥੇ ਮੈਂ ਪੋਸਟ ਗ੍ਰੈਜੂਏਸ਼ਨ MSc ਨਰਸਿੰਗ ਵੀ ਉੱਥੋਂ ਪੰਜਾਬ ਯੂਨੀਵਰਸਿਟੀ ਤੋਂ ਹੀ ਕੰਪਲੀਟ ਕੀਤੀ, ਬਹੁਤ ਵਧੀਆ ਨੰਬਰਾਂ ਦੇ ਨਾਲ, ਡਿਸਟਿੰਕਸ਼ਨਸ ਲੈ ਕੇ। ਤੇ ਤੁਸੀਂ ਐਜ ਏ ਸਟਾਫ ਨਰਸ ਜਿਹੜਾ ਹੈ ਸ਼ੁਰੂ ਤੋਂ ਤੁਹਾਡੀ ਜਿਹੜੀ ਹੋਈ ਤੇ ਨਿਯੁਕਤੀ, ਤੇ ਉਸ ਤੋਂ ਬਾਅਦ ਤੁਸੀਂ ਅੱਜ ਜਿਹੜਾ ਕੰਮ ਕਰ ਰਹੇ ਹੋ ਉਹ ਐਜ ਏ ਪ੍ਰਿੰਸੀਪਲ ਕਰ ਰਹੇ ਹੋ, ਜੀ ਸਰ। ਤੇ ਸਟਾਫ ਨਰਸ ਤੋਂ ਪ੍ਰਿੰਸੀਪਲ ਤੱਕ ਦਾ ਸਫ਼ਰ ਕਿਵੇਂ ਤੈਅ ਹੋਇਆ? ਇੱਦਾਂ ਸੀ ਕਿ ਮੈਂ ਬੇਸ਼ੱਕ ਗਵਰਨਮੈਂਟ ਜੌਬ ਦੇ ਟਾਈਮ ਤੇ ਕਾਲਜ ਦੇ ਵਿੱਚ ਕੰਮ ਕਰਦੀ ਸੀ, ਟੀਚਿੰਗ ਦਾ ਕੰਮ ਕਰਦੀ ਸੀਗੀ, ਪਰ ਮੈਨੂੰ ਸੇਮ ਸਕੇਲ ਤੇ ਸਟਾਫ ਨਰਸ ਦੇ ਸਕੇਲ ਤੇ ਹੀ ਕੰਮ ਕਰਨਾ ਪੈ ਰਿਹਾ ਸੀ। ਕੋਈ ਪ੍ਰਮੋਸ਼ਨ ਨਹੀਂ ਸੀ, ਕੋਈ ਡੈਜਿਗਨੇਸ਼ਨ ਨਹੀਂ ਸੀ, ਮੇਰਾ ਕੋਈ ਸਕੇਲ ਨਹੀਂ ਸੀ ਹੈਗਾ। 2-3 ਵਾਰੀ ਇੰਟਰਵਿਊ ਹੋਈ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗਵਰਨਮੈਂਟ ਦੀਆਂ ਇੰਟਰਵਿਊ ਦੇ ਵਿੱਚ ਕਿੰਨਾ ਕੁ ਆਊਟਸਟੈਂਡਿੰਗ ਸਟੂਡੈਂਟਸ ਨੂੰ ਜਾਂ ਦੇਖਦੇ ਨੇ ਇੰਪਲੋਈਜ਼ ਨੂੰ। ਫਿਰ ਮੈਨੂੰ ਫਰਸਟ੍ਰੇਸ਼ਨ ਹੋ ਗਈ ਕਿ ਮੈਂ ਗਵਰਨਮੈਂਟ ਜੌਬ ਛੱਡਣੀ ਚਾਹੀਦੀ ਹੈ। ਫਿਰ ਮੈਂ 2006 ਦੇ ਵਿੱਚ, ਕਿਉਂਕਿ ਉਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਡਿਮਾਂਡ ਹੋ ਗਈ ਸੀ ਕਾਫੀ ਪੜ੍ਹੇ ਲਿਖੇ ਨਰਸਿਸ ਦੀ, ਤੇ ਮੈਂ ਖਾਲਸਾ ਕਾਲਜ ਆਫ ਨਰਸਿੰਗ ਸ਼ੁਰੂ ਹੋ ਚੁੱਕਿਆ ਸੀ, ਇੱਥੇ ਮੈਂ ਆ ਕੇ ਐਜ ਏ ਪ੍ਰੋਫੈਸਰ ਕਮ ਵਾਈਸ ਪ੍ਰਿੰਸੀਪਲ ਆਪਣੀ ਜੌਬ ਜੁਆਇਨ ਕੀਤੀ VRS ਲੈਲੀ ਗਵਰਨਮੈਂਟ ਜੌਬ ਤੋਂ। ਤੇ ਮੇਰੀ ਇੱਥੇ ਆ ਕੇ ਜੁਆਇਨ ਕਰਨ ਤੇ ਸੈਲਰੀ ਵੀ ਡਬਲ ਹੋ ਗਈ ਲਗਭਗ, ਤੇ ਮੇਰਾ ਜਿਹੜਾ ਡੈਜਿਗਨੇਸ਼ਨ ਸੀ ਉਹ ਵੀ ਸਿੱਧਾ ਸਟਾਫ ਨਰਸ ਤੋਂ ਪ੍ਰੋਫੈਸਰ ਦਾ ਡੈਜਿਗਨੇਸ਼ਨ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰਾਈਵੇਟ ਸੈਕਟਰ 'ਚ ਸਾਰਾ ਕੰਮ ਕਰ ਰਹੀ ਹਾਂ। ਬਹੁਤ ਵਧੀਆ ਜੀ। ਤੇ ਇਹ ਸੈਕਟਰ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਤੁਹਾਨੂੰ ਅਵਾਰਡ ਤੱਕ ਮਿਲੇ, ਈਵਨ ਰਾਸ਼ਟਰਪਤੀ ਤੋਂ ਅਵਾਰਡ ਮਿਲਿਆ, ਤੇ ਉਹ ਕਿਹੜਾ ਅਵਾਰਡ ਸੀ ਔਰ ਕਿਹੜੀਆਂ ਸੇਵਾਵਾਂ ਦੇ ਬਦਲੇ ਦੇ ਵਿੱਚ ਤੁਹਾਨੂੰ ਮਿਲਿਆ, ਤੇ ਇਹਦੇ ਬਾਰੇ ਥੋੜਾ ਦਰਸ਼ਕਾਂ ਨਾਲ ਸਾਂਝੀ ਕਰੋ। ਇੱਦਾਂ ਹੈ ਕਿ ਮੇਰੀ ਸ਼ੁਰੂ ਤੋਂ ਹੀ ਬ੍ਰਿਤੀ ਸੀਗੀ, ਈਵਨ ਜਦੋਂ ਮੈਂ ਗਵਰਨਮੈਂਟ ਜੌਬ ਕਰਦੀ ਸੀ, ਸਟਾਫ ਨਰਸ ਦਾ ਕੰਮ ਕਰਦੀ ਸੀ, ਉੱਥੇ ਟੀਚਿੰਗ ਕਰਦੀ ਸੀ, ਤੇ ਮੇਰੇ ਪਿੰਡ ਦੇ ਲੋਕਾਂ ਦੀ ਡਿਮਾਂਡ ਸੀਗੀ ਕਿ ਪਿੰਡ ਦੇ ਵਿੱਚ ਕੋਈ ਨਾ ਕੋਈ ਚੈਰੀਟੇਬਲ ਕੰਮ ਕਰੋ ਆ ਕੇ, ਤਾਂ ਕਿ ਪਿੰਡ ਦੇ ਲੋਕਾਂ ਨੂੰ ਵੀ ਫਾਇਦਾ ਹੋਵੇ। ਕਿਉਂਕਿ ਮੇਰੀ ਆਦਤ ਸੀ, ਕੋਈ ਵੀ ਪਿੰਡੋਂ ਆ ਜਾਂਦਾ ਸੀ ਤੇ ਮੈਂ ਹਸਪਤਾਲ ਦਿਖਾ ਕੇ, ਟ੍ਰੀਟਮੈਂਟ ਕਰਾ ਕੇ, ਟੈਸਟ ਕਰਾ ਕੇ ਵਾਪਸ ਭੇਜਦੀ ਸੀਗੀ। ਮੇਰੇ ਉਹ ਪਿੰਡ ਦੇ ਕਾਫੀ ਸੀਨੀਅਰ ਨੇ, ਸਾਡੇ ਸਰਪੰਚ ਸਰਦਾਰ ਜਸਵੀਰ ਸਿੰਘ, ਮੇਰੇ ਕਜ਼ਨ ਹੀ ਨੇ, ਉਹਨਾਂ ਨੇ ਵੀ ਮੈਨੂੰ ਕਿਹਾ, ਉਹਨਾਂ ਦੇ ਮਦਰ ਬੈੱਡ ਤੇ ਸੀਗੇ, ਮੈਂ ਉਹਨਾਂ ਨੂੰ ਵੀ ਲੁੱਕ ਆਫਟਰ ਕਰਨ ਜਾਂਦੀ ਸੀ, ਕਹਿੰਦੇ ਭੈਣ ਜੀ ਤੁਸੀਂ ਕਿਉਂ ਨਹੀਂ ਇੱਥੇ ਹੀ ਆ ਜਾਂਦੇ, ਸ਼ਾਮਾਂ ਨੂੰ ਰੋਜ਼ ਆ ਜਾ ਕਰੋ। ਮੈਂ ਉੱਥੇ 8 ਸਾਲ ਸੋਈਆਂ ਕਲਾਂ ਦੇ ਵਿੱਚ ਚੈਰੀਟੇਬਲ ਕਲੀਨਿਕ ਚਲਾਈ, ਜਿਹਦੇ ਲਈ ਮੈਨੂੰ ਐਪਰੀਸ਼ੀਏਸ਼ਨ ਸਰਟੀਫਿਕੇਟ ਵੀ ਮਿਲਿਆ ਸੀਗਾ। ਤੇ ਆਪਣੀ ਡਿਊਟੀ ਤੋਂ ਬਾਅਦ ਮੈਂ ਉੱਥੇ ਚਲ ਜਾਂਦੀ ਸੀ, ਜੇ ਕੋਈ ਪੇਸ਼ੈਂਟ ਅਫੋਰਡ ਕਰ ਸਕਦਾ ਸੀ ਤੇ ਮੈਡੀਸਨ ਦੇ ਪੈਸੇ ਦੇ ਜਾਂਦਾ ਸੀ, ਨਹੀਂ ਤੇ ਮੇਰਾ ਬਿਲਕੁਲ ਸਾਰਾ ਫ੍ਰੀ ਆਫ ਕਾਸਟ ਫ੍ਰੀ ਸਰਵਿਸਿਜ਼ ਕਰਦੀ ਸੀਗੀ। ਤੇ ਪਿੰਡ ਵਾਲਿਆਂ ਨੂੰ ਵੀ ਮੈਂ ਬਹੁਤ ਜ਼ਿਆਦਾ ਮਤਲਬ ਸੇਵਾਵਾਂ ਪ੍ਰਦਾਨ ਕੀਤੀਆਂ। ਹੋਰ ਲਾਗੇ ਦਬੁਰਜੀ ਪਿੰਡ ਸੀ, ਬੀਰਬਲ ਸੀ, ਇੱਥੋਂ ਵੀ ਲੋਕ ਜਿਹੜੇ ਸੀਗੇ ਮੈਡੀਸਨ ਲੈਣ ਆਉਂਦੇ ਸੀ, ਈਵਨ ਡਿਲੀਵਰੀਜ਼ ਵਗੈਰਾ ਕਰਾਉਣ ਵੀ ਆਉਂਦੇ ਸੀਗੇ। ਇਹ ਤਾਂ ਸੀਗੀ ਮੇਰੀ ਪਿੰਡ ਦੇ ਵਿੱਚ ਚੈਰਿਟੀ ਜਿਹੜੀ ਮੈਂ ਕੀਤੀ ਆ। ਉਸ ਤੋਂ ਬਾਅਦ ਜਦੋਂ ਮੈਂ ਕਾਲਜ ਪ੍ਰਾਈਵੇਟ ਸੈਕਟਰ 'ਚ ਆਈ ਹਾਂ, ਫਿਰ ਮੈਂ ਆਪਣੀ PhD ਕੰਪਲੀਟ ਕੀਤੀ। ਬ੍ਰੈਸਟ ਕੈਂਸਰ ਤੇ ਮੇਰੀ PhD ਸੀਗੀ। ਇਹ ਟੌਪਿਕ ਤਾਂ ਚੁਣਿਆ ਸੀ ਕਿਉਂਕਿ ਮੈਨੂੰ ਵੀ ਮੈਰਿਜ ਤੋਂ ਇਮੀਡੀਏਟਲੀ ਬਾਅਦ, ਮੇਰੀ 96 ਵਿੱਚ ਮੈਰਿਜ ਹੋਈ ਆ, ਬੇਟੀ ਮੇਰੀ 1 ਸਾਲ ਦੀ ਸੀਗੀ ਤੇ ਮੈਨੂੰ ਬ੍ਰੈਸਟ ਕੈਂਸਰ ਹੋ ਗਿਆ ਸੀਗਾ। ਮੈਂ ਟ੍ਰੀਟਮੈਂਟ ਕਰਵਾਇਆ, ਬੜਾ ਔਖਾ ਸੀ ਉਹ ਟਾਈਮ, ਤੇ ਟ੍ਰੀਟਮੈਂਟ ਕਰਵਾ ਕੇ ਫਿਰ ਮੇਰੀ ਹਿੰਮਤ ਜੀ ਬਣ ਗਈ ਕਿ ਨਹੀਂ ਹੁਣ ਮੈਂ ਰਿਕਵਰ ਕਰ ਗਈ ਹਾਂ ਤੇ ਮੈਂ ਇਹਨੂੰ, ਇਸ ਬਿਮਾਰੀ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ। ਫਿਰ ਮੈਂ PhD ਕੀਤੀ ਟੀਚਰਾਂ ਦੇ ਉੱਤੇ, ਸਾਰੇ ਜਿਹੜੇ ਹਰਕਿਸ਼ਨ ਪਬਲਿਕ ਸਕੂਲਾਂ ਦੇ ਟੀਚਰ ਸੀ ਜੀ, ਇਹਨਾਂ ਦੀ ਮੈਂ ਸਾਰਿਆਂ ਦੀ ਪਹਿਲਾਂ ਨੌਲੇਜ ਅਸੈਸ ਕੀਤੀ, ਕਿਉਂਕਿ ਅਸੀਂ ਸੈਲਫ ਐਗਜ਼ਾਮੀਨੇਸ਼ਨ ਕਰਕੇ ਵੀ ਬ੍ਰੈਸਟ ਕੈਂਸਰ ਨੂੰ ਡਿਟੈਕਟ ਕਰ ਸਕਦੇ, ਜੋ ਕਿ ਬਹੁਤ ਈਜ਼ੀ ਮੈਥਡ ਹੈ।
ਫਿਰ ਮੈਂ ਇਹਨਾਂ ਨੂੰ ਡੈਮੋਸਟ੍ਰੇਸ਼ਨ ਦੇ ਕੇ ਟੀਚਿੰਗ ਦੇ ਕੇ ਫਿਰ ਇਹਨਾਂ ਦੀ ਦੁਬਾਰਾ ਨੌਲੇਜ ਅਸੈਸ ਕੀਤੀ ਤੇ देयर वर ਡਰਾਸਟਿਕ ਚੇਂਜਸ। ਬਹੁਤ ਅੱਛਾ ਸੀਗਾ, ਉਹ ਬੜੇ ਥੈਂਕਫੁਲ ਵੀ ਸੀਗੇ ਮੇਰੇ। PhD ਕਰਨ ਤੋਂ ਬਾਅਦ ਫਿਰ ਆਪਣੀ ਇਹ ਪ੍ਰਾਈਵੇਟ ਜੌਬ ਦੇ ਨਾਲ ਨਾਲ ਮੈਂ ਜਿੰਨੇ ਵੀ ਗਵਰਨਮੈਂਟ ਵੱਲੋਂ ਨੈਸ਼ਨਲ ਹੈਲਥ ਪ੍ਰੋਗਰਾਮ ਚਲਾਏ ਜਾਂਦੇ ਨੇ, ਚਾਹੇ ਉਹ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਆ, ਚਾਹੇ ਉਹ ਏਡਜ਼ ਅਵੇਅਰਨੈਸ ਪ੍ਰੋਗਰਾਮ ਆ, ਚਾਹੇ ਉਹ ਨਿਊਟ੍ਰੀਸ਼ਨ ਦੇ ਉੱਤੇ ਪ੍ਰੋਗਰਾਮ ਆ, ਚਾਹੇ ਉਹ ਪਲਸ ਪੋਲੀਓ ਦਾ ਪ੍ਰੋਗਰਾਮ ਆ, ਕੋਈ ਵੀ ਗਵਰਨਮੈਂਟ ਵੱਲੋਂ ਚੱਲਦਾ ਹੈ ਤੇ ਮੈਂ ਆਪਣੇ ਸਾਰੇ ਸਟੂਡੈਂਟਸ ਨੂੰ ਇਨਵੋਲਵ ਕਰਕੇ ਖੁਦ ਵੀ ਆਪਣੇ ਆਪ ਨੂੰ ਇਨਵੋਲਵ ਕਰਦੀ ਸੀਗੀ। ਤੇ ਹਰ ਸਾਲ ਸਾਡੇ ਬੱਚਿਆਂ ਨੂੰ ਤੇ ਮੈਨੂੰ ਸਿਵਲ ਸਰਜਨ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਜਾਂਦਾ ਸੀ। ਪਿੱਛੇ ਜੇ ਜਦੋਂ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਸ਼ਤਾਬਦੀ ਮਨਾਈ ਸੀਗੀ ਤੇ ਪੰਜਾਬ ਦੇ ਵਿੱਚੋਂ ਕਿਸੇ ਕਾਲਜ ਦੇ ਬੱਚੇ ਉੱਥੇ ਸੇਵਾ ਕਰਨ ਨਹੀਂ ਗਏ ਸੀਗੇ। ਕੁਲਵੰਤ ਸਿੰਘ ਧਾਲੀਵਾਲ ਉਹਨਾਂ ਦਾ ਵਰਲਡ ਕੈਂਸਰ ਕੇਅਰ ਚੱਲ ਰਿਹਾ ਹੈ, ਇੱਕ ਉਹਨਾਂ ਦੀ ਮੁਹਿੰਮ ਆ। ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮੈਂ ਕਿਹਾ ਸਾਡੇ ਬੱਚਿਆਂ ਨੂੰ ਮੌਕਾ ਦਿਓ। 15 ਦਿਨ ਮੇਰੇ ਸਾਰੇ ਸਟੂਡੈਂਟਸ ਉੱਥੇ ਰਹਿ ਕੇ ਟੈਂਟ ਹਾਊਸ ਬਣੇ ਹੋਏ ਸੀ, ਉਹਨਾਂ 'ਚ ਰਹਿ ਕੇ ਉਹਨਾਂ ਦੇ ਨਾਲ ਇਹਨਾਂ ਨੇ ਸੇਵਾ ਕੀਤੀ, ਲੋਕਾਂ ਦੀ ਹੈਲਥ ਸੇਵਾਵਾਂ ਦਿੱਤੀਆਂ ਉਹਨਾਂ ਨੂੰ ਤੇ ਉੱਥੋਂ ਵੀ ਮੈਨੂੰ ਐਪਰੀਸ਼ੀਏਸ਼ਨ ਜਿਹੜਾ ਸਰਟੀਫਿਕੇਟ ਸੀਗਾ ਮਿਲਿਆ ਸੀਗਾ। ਇਹ ਜਦੋਂ ਇੰਨੇ ਸਾਰੇ ਮੇਰੇ ਕੋਲ ਇੱਕ ਤਰ੍ਹਾਂ ਨਾਲ ਅਚੀਵਮੈਂਟਸ ਹੋ ਗਈਆਂ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਆਪਣੇ ਪ੍ਰੋਫੈਸ਼ਨ ਦੇ ਵਿੱਚ ਆਪਣਾ ਜਿਹੜਾ ਟੌਪ ਦਾ ਜਿਹੜਾ ਸਾਨੂੰ ਅਚੀਵਮੈਂਟ ਮਿਲਦੀ ਹੈ ਨਰਸਿਸ ਨੂੰ ਮਿਲਦੀ ਹੈ, ਪੰਜਾਬ ਦੇ ਵਿੱਚੋਂ ਇੱਕ ਜਣਿਆਂ ਨੂੰ ਪਹਿਲਾਂ ਮਿਲੀ ਹੋਈ ਸੀਗੀ ਤੇ ਮੇਰੀ ਬੜੀ ਤਮੰਨਾ ਹੋਈ ਕਿ ਮੈਂ ਅਪਲਾਈ ਕਰਾਂ। ਮੈਂ 3 ਸਾਲ ਲਗਾਤਾਰ ਅਪਲਾਈ ਕਰਦੀ ਰਹੀ, ਆਪਣੇ ਡਾਕੂਮੈਂਟਸ ਲਗਾ ਕੇ ਸਰਟੀਫਿਕੇਟਸ ਲਗਾ ਕੇ, ਕਿਉਂਕਿ 100-150 ਕਾਨਫਰੰਸ ਦੇ ਸਰਟੀਫਿਕੇਟ ਆ ਮੇਰੇ ਕੋਲ ਜਿਨ੍ਹਾਂ 'ਚ ਮੈਂ ਐਜ ਏ ਰਿਸੋਰਸ ਪਰਸਨ ਕੰਮ ਕੀਤਾ ਸੀਗਾ। ਫਿਰ ਮੇਰੀ ਪਬਲੀਕੇਸ਼ਨਸ ਕਾਫੀ ਹੈ, ਰਿਸਰਚ ਵਰਕ ਮੇਰਾ ਹੈਗਾ ਹੈ, ਮੈਂ 30-35 ਜਰਨਲਸ ਮੇਰੇ ਅੱਜ ਤੱਕ ਪਬਲਿਸ਼ ਹੋ ਚੁੱਕੇ ਨੇ, ਨਰਸਿੰਗ ਸਬਜੈਕਟ ਦੀਆਂ ਕਿਤਾਬਾਂ ਲਿਖੀਆਂ ਨੇ ਜਿਹੜੀਆਂ ਬੱਚੇ ਪੜ੍ਹਦੇ ਨੇ। ਇਹ ਸਾਰੀਆਂ ਅਚੀਵਮੈਂਟਸ ਦੇ ਜਿਹੜਾ ਪਲੰਦਾ ਸੀ ਨਾ, ਮੈਂ ਸਾਰਾ ਅਪਲਾਈ ਕਰਕੇ ਸਾਰੇ ਐਪਰੀਸ਼ੀਏਸ਼ਨ ਸਰਟੀਫਿਕੇਟ ਲਗਾ ਕੇ ਮੈਂ ਸਟੇਟ ਗਵਰਨਮੈਂਟ ਨੂੰ ਅਪਲਾਈ ਕਰਨਾ ਹੁੰਦਾ ਹੈ, ਉਹ ਅੱਗੋਂ ਰਿਕਮੈਂਡ ਕਰਕੇ ਸੈਂਟਰ 'ਚ ਭੇਜਦੇ ਨੇ। ਫਿਰ ਮੈਂ 2 ਵਾਰੀ ਤਾਂ ਅਪਲਾਈ ਕੀਤਾ ਤੇ ਮੇਰਾ ਹੋ ਜਾਂਦਾ ਸੀ ਸਟੇਟ ਗਵਰਨਮੈਂਟ ਵੱਲੋਂ ਰਿਕਮੈਂਡ, ਪਰ ਡੇਟ ਨਿਕਲ ਜਾਂਦੀ ਸੀਗੀ। ਤੇ ਫਿਰ ਤੀਜੀ ਵਾਰੀ ਮੈਂ ਭੱਜ ਦੌੜ ਕਰਕੇ ਰਿਕੁਐਸਟ ਕਰਕੇ ਮੈਂ ਕਿਹਾ ਮੇਰਾ 3 ਸਾਲ ਹੈਗਾ ਹੈ, ਮੇਰੇ ਤੁਸੀਂ ਇੱਥੋਂ ਰਿਕਮੈਂਡ ਕਰ ਦਿੰਦੇ ਹੋ, ਪਾਸ ਕਰ ਦਿੰਦੇ ਹੋ, ਫਾਇਦਾ ਕੀ। ਫਿਰ ਮੈਂ ਉੱਥੋਂ ਵਿਦਿਨ ਟਾਈਮ ਰਿਕਮੈਂਡ ਹੋ ਗਿਆ ਮੇਰਾ ਡਾਇਰੈਕਟਰ ਹੈਲਥ ਸਰਵਿਸਿਜ਼ ਤੋਂ, ਸੈਕਟਰੀ ਹੈਲਥ ਤੋਂ। ਤੇ 2018 ਦੇ ਵਿੱਚ ਮੈਨੂੰ ਰਾਸ਼ਟਰਪਤੀ ਵੱਲੋਂ ਮਿਸਟਰ RN ਕੋਵਿੰਦ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜਾ ਹੈਗਾ ਸੀ ਨੈਸ਼ਨਲ ਅਵਾਰਡ ਜਿਹੜਾ ਹੈ ਉਹਦੇ ਨਾਲ ਮੈਨੂੰ ਸਨਮਾਨਿਤ ਕੀਤਾ ਗਿਆ। ਪੰਜਾਬ 'ਚੋਂ ਮੈਂ ਇਕੱਲੀ ਸੀਗੀ, ਬਾਕੀ ਹੋਰ ਸਟੇਟਾਂ ਦੇ ਵਿੱਚੋਂ ਵੀ ਆਏ ਸੀ। ਇਸ ਅਵਾਰਡ ਦੇ ਵਿੱਚ 2 ਸਰਟੀਫਿਕੇਟਸ ਸੀਗੇ ਅੱਛੇ ਫਰੇਮ ਕੀਤੇ ਹੋਏ ਤੇ 50,000 ਦਾ ਜਿਹੜਾ ਸੀਗਾ ਇੱਕ ਡਰਾਫਟ ਸੀਗਾ। ਪਰ ਅਬਵ ਆਲ ਜੋ ਤੁਹਾਨੂੰ ਉਸ ਟਾਈਮ ਤੇ ਟੌਪ ਦਾ ਜਿਹੜਾ ਜ਼ਿੰਦਗੀ ਦੇ ਵਿੱਚ ਹਰ ਫੀਲਡ ਦੇ ਵਿੱਚ ਜਿਹੜਾ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ। ਇਸ ਤੋਂ ਅੱਗੇ ਤੇ ਮੇਰੀਆਂ ਐਕਸਪੈਕਟੇਸ਼ਨਸ ਹੀ ਖਤਮ ਹੋ ਜਾਂਦੀਆਂ। ਸਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਅਵਾਰਡ ਦੀਆਂ। ਔਰ ਇਹ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋ, ਨਾਲ ਦੀ ਨਾਲ ਤੁਸੀਂ ਘਰ ਸੰਭਾਲਦੇ ਹੋ, ਨਾਲ ਦੀ ਨਾਲ ਤੁਸੀਂ ਇੱਕ ਸਕੂਲ ਦੇ ਕਾਲਜ ਦੇ ਇੰਨੇ ਵੱਡੇ ਦੇ ਪ੍ਰਿੰਸੀਪਲ ਹੋ, ਸਮਾਜਿਕ ਸੇਵਾਵਾਂ ਵੀ ਜਿਹੜੀ ਸਮਾਜ ਸੇਵਾ ਵੀ ਤੁਸੀਂ ਬਹੁਤ ਕਰਦੇ ਹੋ, ਔਰ ਇਹਦੇ ਨਾਲ ਵੀ ਤੁਸੀਂ ਕਿਤਾਬਾਂ ਲਿਖੀਆਂ, ਜਰਨਲਸ ਪਬਲਿਸ਼ ਕੀਤੇ। ਇਹ ਸਾਰੇ ਟਾਈਮ ਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਐਕਚੁਅਲੀ ਕੀ ਹੈਗਾ ਨਾ ਕਿ ਕਾਲਜ ਦੇ ਟਾਈਮ ਤੇ ਵੀ ਕਈ ਵਾਰੀ ਵਿੱਚ ਥੋੜਾ ਟਾਈਮ ਮਿਲ ਜਾਂਦਾ ਹੈ, ਪਰ ਜ਼ਿਆਦਾ ਮੇਰਾ ਇਹ ਹੁੰਦਾ ਸੀਗਾ ਕਿ ਜਿੱਦਾਂ ਸਮਰ ਵਕੇਸ਼ਨ ਮਿਲੀਆਂ, ਵਿੰਟਰ ਵਕੇਸ਼ਨਸ ਮਿਲਦੀਆਂ ਨੇ, ਫਿਰ ਇੱਕ ਮਹੀਨਾ ਘਰੇ ਰਹਿਣਾ ਹੁੰਦਾ ਹੈ। ਤੇ ਕਾਲਜ ਤੋਂ ਆ ਕੇ ਵੀ 3 ਵਜੇ ਤੋਂ ਬਾਅਦ, ਕਿਉਂਕਿ ਜਦੋਂ ਮੈਂ ਕਲੀਨਿਕ ਕਰਦੀ ਸੀ ਉਦੋਂ ਤਾਂ ਨਹੀਂ ਮੇਰੇ ਤੋਂ ਇਹ ਕੁਝ ਹੋ ਰਿਹਾ ਸੀਗਾ, ਹੋ ਰਿਹਾ ਸੀ ਜਾਂ ਕਾਨਫਰੰਸ ਨਹੀਂ ਸੀ ਅਟੈਂਡ ਕਰਦੀ। ਹੁਣ ਮੈਂ ਜਿਹੜਾ ਟਾਈਮ ਹੈਗਾ ਮੇਰੇ ਕੋਲ 3-3:30 ਵਜੇ ਤੋਂ ਬਾਅਦ ਆ ਕੇ ਕਾਫੀ ਟਾਈਮ ਹੁੰਦਾ ਹੈ, ਸ਼ਾਮ ਤੱਕ 3-4 ਘੰਟੇ ਰੋਜ਼ ਸਪੇਅਰ ਕਰ ਸਕਦੀ ਹਾਂ। ਤੇ ਹੁਣ ਵੀ ਮੈਂ ਆਪਣੀ ਇੱਕ ਬੁੱਕ ਜਿਹੜੀ ਆ ਸਟਾਰਟ ਕੀਤੀ ਹੋਈ ਆ, ਇਹਦੇ ਤੇ ਨਰਸਿੰਗ ਕੈਰੀਕੂਲਮ ਦੇ ਵਿੱਚੋਂ ਹੀ ਆ ਇੱਕ ਸਬਜੈਕਟ, ਤੇ ਦੇਖੋ ਕਦੋਂ ਪੂਰੀ ਹੁੰਦੀ ਹੈ। ਕੋਸ਼ਿਸ਼ ਕਰ ਰਹੀ ਹਾਂ ਥੋੜਾ ਰੋਜ਼ ਲਿਖ ਕੇ। ਇਹਦੇ ਨਾਲ ਤੁਸੀਂ ਕਿਤੇ ਵਿਦੇਸ਼ ਵੀ ਗਏ, ਪੰਜਾਬ ਤੋਂ ਬਾਹਰ, ਇੰਡੀਆ ਤੋਂ ਬਾਹਰ? ਜੀ ਸਰ, ਮੈਂ 2014 ਦੇ ਵਿੱਚ ਕੈਨੇਡਾ ਗਈ ਸੀ ਟੂਰਿਸਟ ਵੀਜ਼ੇ ਤੇ। ਮੇਰੀ ਸਿਸਟਰ ਆ ਉੱਥੇ ਛੋਟੀ, ਉਹਦੇ ਕੋਲ ਰਹੀ ਸੀ ਜਾ ਕੇ। ਤੇ ਉੱਥੇ ਵੀ ਮੈਂ ਕਾਫੀ NGO ਦੇ ਵਿੱਚ ਜਾ ਕੇ ਇਨਵੋਲਵਮੈਂਟ ਕੀਤੀ ਆਪਣੀ। ਤੇ ਮੈਨੂੰ ਉੱਥੇ 2 NGO ਵੱਲੋਂ, ਇੱਕ ਹੈਗੀ ਆ ਦਿਸ਼ਾ ਜਿਹੜੀ ਕਿ ਡਾਕਟਰ ਕਮਲਜੀਤ ਕੌਰ ਢਿੱਲੋਂ ਚਲਾ ਰਹੇ ਨੇ, ਉਹਨਾਂ ਵੱਲੋਂ ਮੈਨੂੰ ਆਨਰ ਕੀਤਾ ਗਿਆ। ਇੱਕ ਉਹ ਅਜੈਬ ਸਿੰਘ ਚੱਠਾ ਜੀ ਹੈਗੇ ਨੇ ਉੱਥੇ, ਉਹਨਾਂ ਨੇ ਕਲਮ ਇੱਕ NGO ਬਣੀ ਹੋਈ ਆ, ਕਲਾ ਮੰਚ ਵਾਲਿਆਂ ਦੀ ਆ, ਉਹਨਾਂ ਵੱਲੋਂ ਮੈਨੂੰ ਉੱਥੇ ਸਨਮਾਨਿਤ ਕੀਤਾ ਗਿਆ। ਤੇ ਇਹ 2 ਸਨਮਾਨ ਮੈਨੂੰ ਕੈਨੇਡਾ ਦੇ ਵਿੱਚ ਮਿਲੇ ਜਿਹੜੇ ਮੇਰੇ ਲਈ ਬਹੁਤ ਵੱਡੀ ਗੱਲ ਸੀ।
ਉਸ ਤੋਂ ਬਾਅਦ ਮੇਰੀ ਬੇਟੀ ਆਸਟ੍ਰੇਲੀਆ ਸਟੱਡੀ ਕਰ ਰਹੀ ਹੈ, ਗ੍ਰੈਜੂਏਸ਼ਨ ਕੀਤੀ ਹੈ। ਉਹਦੀ ਕਨਵੋਕੇਸ਼ਨ ਤੇ ਮੈਨੂੰ ਆਸਟ੍ਰੇਲੀਆ ਜਾਣ ਦਾ ਵੀ ਮੌਕਾ ਮਿਲਿਆ, ਪਰ ਇੱਥੇ ਮੇਰੇ ਕੋਲ ਟਾਈਮ ਥੋੜਾ ਸੀਗਾ, ਮੈਂ ਇੱਦਾਂ ਦਾ ਆਪਣਾ ਕੋਈ ਕੰਟੈਕਟ ਲੋਕਾਂ ਦੇ ਨਾਲ ਜ਼ਿਆਦਾ ਨਹੀਂ ਕਰ ਸਕੀ ਜੀ। ਤੇ ਹੁਣ ਜਿਵੇਂ ਤੁਸੀਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋ ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਜਾਂ ਲੋਕਾਂ ਦਾ ਇਲਾਜ ਕਰਨਾ ਸਿਖਾਇਆ ਜਾਂਦਾ ਸਟੂਡੈਂਟਸ ਨੂੰ, ਤੇ ਹੁਣ ਇਸ ਵਕਤ ਇਹ ਪ੍ਰੋਫੈਸ਼ਨ ਦੀ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਆ, ਡਿਮਾਂਡ ਹੀ ਨਹੀਂ ਆ, ਇਹ ਇੱਕ ਯੋਧਿਆਂ ਦੀ ਤਰ੍ਹਾਂ ਡਾਕਟਰ ਤੇ ਨਰਸਿਸ ਦਾ ਜਿਹੜਾ ਇਹ ਪੂਰਾ ਗਰੁੱਪ ਆ ਜਾਂ ਹੋਰ ਜਿਹੜੇ ਸਿਹਤ ਕਰਮਚਾਰੀ ਆ ਉਹ ਲੜ ਰਹੇ ਆ ਕਰੋਨਾ ਦੇ ਨਾਲ। ਤੇ ਇਸ ਵਕਤ ਤੁਹਾਡੇ ਕਾਲਜ ਵੱਲੋਂ ਜਾਂ ਚੀਫ ਖਾਲਸਾ ਦੀਵਾਨ ਵੱਲੋਂ ਕਿਹੋ ਜਿਹੀਆਂ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਕਰੋਨਾ ਦੇ ਵਿਰੁੱਧ? ਹਾਂਜੀ ਸਰ, ਜਦੋਂ ਇਹ ਸਟਾਰਟ ਹੋਇਆ ਸੀ ਨਾ ਕਰੋਨਾ, ਇੱਥੇ ਗੁਰੂ ਨਾਨਕ ਹਸਪੀਟਲ ਦੇ ਵਿੱਚ 2-3 ਪੇਸ਼ੈਂਟ ਆ ਗਏ ਸੀ। ਉਹ ਆਪਣੇ ਜਿਹੜੇ ਹੈਗੇ ਸੀਗੇ ਭਾਈ ਨਿਰਮਲ ਸਿੰਘ ਖਾਲਸਾ ਜੀ ਹੁਣੀ ਦਾਖਲ ਹੋਏ ਸੀ ਸਟਾਰਟਿੰਗ ਦੇ ਵਿੱਚ। ਉਦੋਂ ਸਾਡੀਆਂ ਜਿਹੜੀਆਂ ਨਰਸਿਸ ਸੀਗੀਆਂ ਨਾ, ਉਹਨਾਂ ਨੂੰ ਨਾ ਤਾਂ ਪੀਪੀ ਕਿਟਸ ਪ੍ਰੋਵਾਈਡ ਹੋ ਰਹੀਆਂ ਸੀਗੀਆਂ, ਨਾ ਮਾਸਕ ਪ੍ਰੋਵਾਈਡ ਹੋ ਰਹੇ ਸੀ। ਇੱਥੋਂ ਤੱਕ ਕਿ ਉਸ ਵਾਰਡ ਦੇ ਮਰੀਜ਼ਾਂ ਦੀ ਇਹ ਵੀ ਕੰਪਲੇਂਟ ਸੀ ਕਿ ਪਾਣੀ ਦਾ ਗਲਾਸ ਤੱਕ ਨਹੀਂ ਉੱਥੇ ਦਿੱਤਾ ਜਾਂਦਾ, ਕਿਉਂਕਿ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਨਾ, ਇਹ ਪਹਿਲਾਂ ਸਮਾਨ ਮੰਗਵਾਉਂਦੇ ਆ, ਆਰਡਰ ਕਰਦੇ ਆ, ਫਿਰ ਸਪਲਾਈ ਆਉਂਦੀ ਹੈ, ਇਹਨੂੰ ਟਾਈਮ ਲੱਗ ਜਾਂਦਾ ਹੈ। ਫਿਰ ਕਾਫੀ NGO ਅੱਗੇ ਆਈਆਂ ਸੀਗੀਆਂ ਤੇ ਮੈਂ ਵੀ ਆਪਣੇ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਸਰ ਉੱਥੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਾਣੀ ਦੀ ਸੇਵਾ ਕਰਨੀ ਚਾਹੀਦੀ ਆ। ਫਿਰ ਅਸੀਂ 5000 ਬਿਸਲੇਰੀ ਦੀਆਂ ਬੋਟਲਸ ਲੈ ਕੇ ਕਿਸੇ ਫੈਕਟਰੀ 'ਚੋਂ ਚੱਕ ਕੇ ਉੱਥੇ ਕਰੋਨਾ ਵਾਰਡ ਦੇ ਵਿੱਚ ਦੇ ਕੇ ਆਏ। ਉਸ ਤੋਂ ਬਾਅਦ ਦੁਬਾਰਾ ਉਹਨਾਂ ਪਾਣੀ ਦੀ ਡਿਮਾਂਡ ਕੀਤੀ, ਫਿਰ ਦੇ ਕੇ ਆਏ। N95 ਮਾਸਕ ਕਾਫੀ ਮਹਿੰਗੇ ਹੁੰਦੇ ਨੇ, ਇਹ ਵੀ ਅਸੀਂ 25 ਮਾਸਕ ਲੈ ਕੇ, ਨਾਲ PP ਕਿਟਸ ਲੈ ਕੇ, ਸੈਨੀਟਾਈਜ਼ਰਸ ਖਰੀਦੇ, ਸਰਜੀਕਲ ਮਾਸਕ ਖਰੀਦੇ, ਉੱਥੇ ਸਟੀਮਰ ਚਾਹੀਦੇ ਸੀਗੇ, ਸਟੀਮਰਸ ਖਰੀਦੇ। ਤੇ ਉਹ ਕਿਉਂਕਿ ਮੈਨੂੰ ਖੁੱਲ੍ਹੀ ਛੁੱਟੀ ਮਿਲ ਗਈ ਸੀਗੀ ਪ੍ਰਧਾਨ ਜੀ ਵੱਲੋਂ ਕਿ ਮੈਡਮ ਜਿੰਨਾ ਮਰਜ਼ੀ ਖਰਚਾ ਕਰੋ, ਤੇ ਅਸੀਂ ਉੱਥੇ ਜਾ ਕੇ ਦੇ ਕੇ ਆਏ ਸਾਰੇ ਸਟਾਫ ਨਰਸਿਸ ਨੂੰ। ਹੋਰ ਵੀ ਜਿਹੜੀਆਂ NGO ਹੈਗੀਆਂ ਨੇ, ਕੋਈ ਵਰਕਿੰਗ ਸੁਸਾਇਟੀਜ਼ ਹੈਗੀਆਂ ਨੇ, ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਜਾ ਕੇ ਉੱਥੇ ਸਪਲਾਈ ਕਰਕੇ ਆਓ। ਇਸ ਤੋਂ ਬਾਅਦ ਫਿਰ ਹੁਣ ਲੋਕਡਾਊਨ ਹੋ ਗਿਆ, ਘਰ ਦੇ ਵਿੱਚ ਬੈਠੇ ਸੀਗੇ, ਫਿਰ ਅਸੀਂ ਘਰ ਦੇ ਵਿੱਚ ਮਾਸਕ ਬਣਾ ਕੇ, ਕੱਪੜਾ ਖਰੀਦ ਕੇ, ਬਾਹਰੋਂ ਤਾਂ ਮਿਲਦਾ ਨਹੀਂ ਸੀ ਲੋਕਡਾਊਨ ਕਰਕੇ, ਅਸੀਂ ਬੁਟੀਕਸ ਤੋਂ ਕੱਪੜਾ ਚੁੱਕ ਕੇ ਕਾਫੀ 300-250 ਮੀਟਰ ਕੱਪੜਾ ਚੁੱਕ ਕੇ, ਕੁਝ ਮੇਰੇ ਘਰੇ 2 ਬੱਚੇ ਲੜਕੀਆਂ ਹੈਗੀਆਂ ਨੇ ਟ੍ਰੇਨਿੰਗ ਕਰਦੀਆਂ ਨੇ, ਇਹਨਾਂ ਨੇ ਕੁਝ, ਮੈਂ ਕੁਝ ਕਲਾਸ 4 ਇੰਪਲਾਈਜ਼ ਨੂੰ ਦੇ ਕੇ ਰੋਜ਼ ਦਾ ਅਸੀਂ 400-500 ਮਾਸਕ ਕੱਪੜੇ ਦਾ ਬਣਾ ਕੇ ਅਸੀਂ ਡਿਸਟ੍ਰੀਬਿਊਟ ਕਰਕੇ ਆਉਂਦੇ ਸੀਗੇ। ਪੁਲਿਸ ਵਾਲਿਆਂ ਨੂੰ ਕੀਤਾ, ਬਾਕੀ ਲੋਕਾਂ ਨੂੰ ਜਿਹੜੇ ਵੀ ਮਿਲਦੇ ਸੀ ਰਸਤੇ 'ਚ। ਤੇ ਜਦੋਂ ਆ ਕਣਕ ਆਉਣੀ ਸ਼ੁਰੂ ਹੋਈ ਮੰਡੀਆਂ ਦੇ ਵਿੱਚ, ਤੇ ਮੰਡੀਆਂ ਦੇ ਵਿੱਚ ਜਾ ਕੇ ਵੀ ਅਸੀਂ ਕਿਸਾਨਾਂ ਨੂੰ ਤੇ ਲੇਬਰ ਨੂੰ ਮਾਸਕ ਵੰਡ ਕੇ ਆਏ ਆ। ਜਿੱਥੋਂ ਤੱਕ ਮੇਰਾ ਖਿਆਲ ਹੈ ਕਿ 5000 ਤੋਂ ਵੱਧ ਮਾਸਕ ਅਸੀਂ ਬਣਾ ਕੇ ਕੱਪੜੇ ਦੇ 3 ਤਹਾਂ ਵਾਲੇ, ਜਿਹੜੇ ਕਿ ਪੱਗ ਦੇ ਉੱਪਰੋਂ ਅੱਛੀ ਤਰ੍ਹਾਂ ਵੱਜ ਸਕਦੇ ਸੀਗੇ, ਅਸੀਂ ਉਹ ਵੀ ਮਾਸਕ ਵੀ ਲੋਕਾਂ ਨੂੰ ਵੰਡੇ ਆ। ਮਾਸਕ ਦੀ ਸੇਵਾ ਵੀ ਕੀਤੀ ਹੈ, ਕਿਉਂਕਿ ਹੁਣ ਤਾਂ ਪਤਾ ਹੈ ਕੰਪਲਸਰੀ ਹੋ ਗਿਆ ਕਿ ਮਾਸਕ ਪਹਿਨਣਾ ਜ਼ਰੂਰੀ ਹੈ। ਤੇ ਹੁਣ ਵੀ ਸਾਡਾ ਜਿਹੜਾ ਕੰਮ ਹੈ ਮਾਸਕ ਬਣਾਉਣ ਦਾ, ਇਹ ਅਜੇ ਵੀ ਕੰਟੀਨਿਊ ਚੱਲਦਾ ਪਿਆ। ਤੇ ਬਹੁਤ ਵਧੀਆ ਜੀ, ਤੁਸੀਂ ਹੱਥੀਂ ਮਾਸਕ ਬਣਾ ਕੇ ਵੀ ਵੰਡੇ, ਔਰ ਇਹ ਵੱਡੀ ਗੱਲ ਹੈ। ਔਰ ਇਹਦੇ ਨਾਲ ਹੀ ਤੁਸੀਂ ਜਿਵੇਂ ਹੁਣ ਇਹ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ ਪੂਰੀ ਵਿਸ਼ਵ ਨੂੰ, ਭਾਰਤ ਵੀ 11ਵੇਂ-12ਵੇਂ ਨੰਬਰ ਤੇ ਆ ਗਿਆ ਇਹਦੇ 'ਚ, ਤੇ ਇਹ ਕਿਸ ਤਰ੍ਹਾਂ ਇਹਦੇ ਤੇ ਕੰਟਰੋਲ ਕੀਤਾ ਜਾ ਸਕਦਾ, ਜਾਂ ਕੋਈ ਅੰਦਾਜ਼ਾ ਹੈ ਕਿ ਕਦੋਂ ਤੱਕ ਕੰਟਰੋਲ ਹੋ ਸਕਦਾ ਹੈ? ਹਾਂਜੀ, ਇਸ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਾਂਗੀ ਕਿ ਜਿਹੜਾ CKD ਨਰਸਿੰਗ ਕਾਲਜ ਹੈ ਨਾ, ਇਹ ਕਾਫੀ ਵੱਡੀ ਬਿਲਡਿੰਗ ਹੈ। ਸਾਡੇ ਕੋਲ ਉੱਥੇ ਬੈਡਸ ਵਗੈਰਾ ਸਾਰੇ ਹੈਗੇ ਸੀ। ਅਸੀਂ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆਫਰ ਵੀ ਕੀਤਾ ਕਿ ਤੁਸੀਂ ਇਹਨੂੰ ਆਈਸੋਲੇਸ਼ਨ ਵਾਰਡ ਬਣਾ ਲਓ, ਤੇ ਉਹ ਸਾਡਾ ਜਿਹੜਾ ਕਾਲਜ ਹੈ ਉਹ ਆਈਸੋਲੇਸ਼ਨ ਵਾਰਡ ਵੀ ਬਣਿਆ, ਜਿੱਥੇ ਅਸੀਂ ਸਾਰਾ ਖਾਣੇ ਦੀ ਜ਼ਿੰਮੇਵਾਰੀ, ਸਾਰਾ ਸਪਲਾਈ ਦੀ ਸਾਰੀ ਜ਼ਿੰਮੇਵਾਰੀ CKD ਕਾਲਜ ਦੀ ਹੋਈ ਸੀਗੀ। ਹੁਣ ਜਿਹੜਾ ਕਰੋਨਾ ਦੀ ਜਿਹੜੀ ਇਹ ਮਹਾਮਾਰੀ ਆ, ਮਹਾਮਾਰੀ ਮੀਨ ਕਿ ਜਿਹਦੇ ਨਾਲ ਬਹੁਤ ਸਾਰਾ ਜਾਨੀ ਨੁਕਸਾਨ ਹੁੰਦਾ, ਉਦੋਂ ਅਸੀਂ ਮਹਾਮਾਰੀ ਕਹਿ ਦਿੰਦੇ ਆ। ਐਪੀਡੈਮਿਕ ਮਤਲਬ ਇਹ ਡਿਕਲੇਅਰ ਕਰਦੀ ਹੈ WHO ਡਿਕਲੇਅਰ ਕਰਦਾ ਕਿਸੇ ਵੀ ਬਿਮਾਰੀ ਨੂੰ ਜਦੋਂ ਐਜ ਐਪੀਡੈਮਿਕ ਡਿਕਲੇਅਰ ਕਰਦਾ ਹੈ। ਪਹਿਲਾਂ ਕੋਈ ਇਦਾਂ ਦੀ ਅਨਯੂਜੂਅਲ ਬਿਮਾਰੀ ਹੁੰਦੀ ਹੈ ਤੇ ਉਹਦੇ ਲਈ ਨੋਟੀਫਿਕੇਸ਼ਨ ਹੁੰਦੀ ਹੈ, ਸਟੇਟ ਗਵਰਨਮੈਂਟ ਸੈਂਟਰ ਨੂੰ ਕਰਦਾ ਹੈ, ਸੈਂਟਰ ਵਾਲੇ ਗਾਂ WHO ਨੂੰ ਕਰਦੇ। ਜਿੱਦਾਂ ਲੋਕ ਕਹਿ ਰਹੇ ਆ ਕਿ ਚਾਈਨਾ ਨੇ ਬੜਾ ਲੇਟ ਇਹਨੂੰ, WHO ਨੇ ਵੀ ਲੇਟ ਡਿਕਲੇਅਰ ਕੀਤਾ ਹੈ। ਇਹਨੇ ਨੋਟੀਫਿਕੇਸ਼ਨ ਜਿਹੜੀ WHO ਨੇ ਕਰਨੀ ਹੁੰਦੀ ਹੈ ਕਿ ਇਟ ਇਜ਼ ਐਪੀਡੈਮਿਕ। ਐਂਡ ਪੈਂਡੈਮਿਕ ਮੀਨ ਕਿ ਵਰਲਡ ਵਾਈਡ, ਸੋ ਇਟ ਇਜ਼ ਪੈਂਡੈਮਿਕ ਐਪੀਡੈਮਿਕ ਜੋ ਫੈਲ ਰਹੀ ਹੈ। ਸਾਡੇ ਇੰਡੀਆ ਦੇ ਵਿੱਚ ਤੇ ਬਹੁਤ ਬਚਾਅ, ਵਾਹਿਗੁਰੂ ਦੀ ਕਿਰਪਾ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਬਾਕੀ ਜਿਹੜਾ ਬਾਹਰਲਾ ਜੋ ਹਾਲਾਤ ਆ, ਤੁਸੀਂ ਵੀ ਦੇਖਦੇ ਹੋ, ਪੜ੍ਹਦੇ ਰਹੇ ਹੋ ਕਿ ਓਵਰਆਲ ਜਿਹੜਾ ਹੈਗਾ ਇਹ ਡੈਥ ਰੇਟ ਇਸ ਬਿਮਾਰੀ ਦੇ ਕਰਕੇ 7% ਵੀ ਹੈਗਾ। USA ਦਾ, ਇਟਲੀ ਦਾ, ਇੰਗਲੈਂਡ ਦਾ, ਈਵਨ ਕੁਝ ਕੰਟਰੀ ਦਾ 13% ਵੀ ਹੈ, ਕਿਸੇ 16% ਡੈਥ ਰੇਟ ਵੀ ਆਇਆ।
ਤੇ ਜੇ ਆਪਾਂ ਇੰਡੀਆ ਦਾ ਡੈਥ ਰੇਟ ਦੇਖੀਏ ਤੇ ਇੰਡੀਆ ਦਾ ਓਵਰਆਲ ਡੈਥ ਰੇਟ ਜਿਹੜਾ ਹੈ ਨਾ 3% ਆ। ਜਿੰਨੇ ਪੇਸ਼ੈਂਟ ਸਫਰ ਹੋ ਰਹੇ ਨੇ ਉਹਨਾਂ ਦੇ ਵਿੱਚੋਂ 3% ਲੋਕਾਂ ਦੀ ਡੈਥ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਇਹ 2% ਤੋਂ ਥੱਲੇ ਆ। ਜੇ ਪੰਜਾਬ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸਿਸ ਆਏ ਵੀ ਹੈ ਤੇ ਉਹਨਾਂ ਚੋਂ 90% ਕੇਸਿਸ ਇਹ ਸਿੰਪਟੋਮੈਟਿਕ ਸੀਗੇ, ਕੋਈ ਲੱਛਣ ਨਹੀਂ ਸੀ ਉਹਨਾਂ ਦੇ, ਬਿਲਕੁਲ ਤੰਦਰੁਸਤ ਸੀਗੇ। ਪੋਜ਼ਿਟਿਵ ਆਏ, ਉਹਨਾਂ ਨੂੰ ਕੁਆਰੰਟਾਈਨ ਕੀਤਾ ਤੇ ਉਸ ਤੋਂ ਬਾਅਦ ਨੈਗੇਟਿਵ ਹੋ ਗਏ ਤੇ ਘਰਾਂ ਨੂੰ ਚਲੇ ਗਏ, ਕਿਉਂਕਿ ਇਹ ਸਾਡੇ ਇਸ ਨਗਰੀ ਤੇ ਸਾਡੇ ਪੰਜਾਬ ਤੇ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਆ ਉਹ ਮਿਹਰ ਭਰਿਆ ਹੱਥ ਰੱਖਿਆ ਹੋਇਆ ਹੈ। ਅਖੀਰ ਵਿੱਚ ਜੀ ਸਮਾਂ ਸਾਡੇ ਕੋਲ ਲਗਭਗ ਸਮਾਪਤ ਆ। ਅਖੀਰ ਦੇ ਵਿੱਚ ਆਪਾਂ ਤੁਹਾਡੇ ਤੋਂ, ਕਿਉਂਕਿ ਤੁਸੀਂ 30-35 ਸਾਲ ਤੋਂ ਇਸੇ ਪ੍ਰੋਫੈਸ਼ਨ ਨਾਲ ਜੁੜੇ ਹੋ, ਤੇ ਕੀ ਲੋਕਾਂ ਨੂੰ ਸੁਝਾਅ ਦਿਓਗੇ ਕਿ ਕਰੋਨਾ ਤੋਂ ਬਚਣ ਵਾਸਤੇ ਕਿਵੇਂ ਦੀ ਸੇਫਟੀ ਵਰਤਣ? ਹਾਂਜੀ, ਕਰੋਨਾ ਇੱਕ ਹਊਆ ਬਣਾ ਦਿੱਤਾ ਹੈ ਅਸੀਂ, ਡਰਨ ਦੀ ਕੋਈ ਲੋੜ ਨਹੀਂ ਹੈ। ਅੱਗੇ ਵੀ ਵਾਇਰਸ ਸਾਡੇ ਵਿੱਚ ਤੁਰੇ ਫਿਰਦੇ ਨੇ, HIV ਵਾਇਰਸ ਆ, ਹੈਪੇਟਾਈਟਸ ਵਾਇਰਸ, ਇਨਫਲੂਐਂਜ਼ਾ ਵਾਇਰਸ ਆ, ਇਹ ਸਾਰੇ ਵਾਇਰਸ ਆ। ਇਦਾਂ ਦਾ ਹੀ ਇੱਕ ਇਹ ਵਾਇਰਸ ਆਇਆ ਹੈ, ਬਸ ਥੋੜਾ ਜਿਹਾ ਸੇਫਟੀ ਮੈਜਰਸ ਹੈਗੇ ਨੇ, ਕਿਉਂਕਿ ਹੁਣ ਲੋਕਡਾਊਨ ਵੀ ਲਗਭਗ ਕਰਫਿਊ ਵੀ ਖੁੱਲ੍ਹ ਚੱਲੇ ਨੇ ਤੇ ਲੋਕਾਂ ਨੂੰ ਇਹੀ ਰਿਕੁਐਸਟ ਹੈ ਕਿ ਜਿਹੜੇ 3-4 ਰਾਮਬਾਨ ਅਸੀਂ ਕਹਿ ਸਕਦੇ ਹਾਂ ਗੱਲਾਂ ਜਿਹੜੀਆਂ ਨੇ, ਇਹਨਾਂ ਨੂੰ ਪੱਲੇ ਬੰਨ੍ਹ ਲਓ ਤੇ ਕਰੋਨਾ ਦੇ ਨਾਲ ਰਹਿਣ ਦੀ ਆਦਤ ਪਾ ਲਓ। ਉਹ 3-4 ਇਹ ਨੇ: ਸੋਸ਼ਲ ਡਿਸਟੈਂਸਿੰਗ ਕਰਨੀ, 2 ਮੀਟਰ ਦੀ ਦੂਰੀ ਲਗਭਗ ਬਣਾਈ ਰੱਖੋ ਹਰ ਇੱਕ ਤੋਂ, ਮਾਸਕ ਪਾਣਾ ਸਪੈਸ਼ਲੀ ਬਾਹਰ ਜਾਣ ਲੱਗਿਆ, ਜੇ ਬੱਚੇ ਵੀ ਸਕੂਲਾਂ 'ਚ ਆਉਣਗੇ ਤਾਂ ਮਾਸਕ ਪਾ ਕੇ ਆਉਣਗੇ। ਤੀਜਾ ਹੈਂਡ ਵਾਸ਼ਿੰਗ ਜਿਹੜੀ ਆ, ਆਮ ਲੋਕੀ ਕੀ ਕਰਦੇ ਨੇ, ਫਟਾਫਟ ਹੱਥ ਧੋਤੇ ਬਾਹਰ ਆ ਗਏ, ਘੱਟੋ ਘੱਟ 20 ਸੈਕਿੰਡ ਹੈਂਡ ਵਾਸ਼ਿੰਗ, ਸਾਰੇ ਸਟੈਪ ਯੂਜ਼ ਕਰਕੇ, ਹੱਥਾਂ ਤੇ ਸਾਬਣ ਲਾ ਕੇ, ਉਂਗਲਾਂ 'ਚ ਫਸਾ ਕੇ, ਅੰਗੂਠੇ ਅਲੱਗ ਤੌਰ ਤੇ ਸਾਫ਼ ਕਰਕੇ, ਪਿੱਛੋਂ ਬੈਕ ਸਾਈਡ ਆਫ ਦਾ ਹੈਂਡਸ, ਇਹ ਸਟੈਪਸ ਹੁੰਦੇ ਨੇ ਹੈਂਡ ਵਾਸ਼ਿੰਗ ਦੇ ਜਿਹੜੇ ਕਿ ਸਿਖਾਏ ਜਾ ਰਹੇ ਨੇ ਪਬਲਿਕ ਨੂੰ। ਹੈਂਡ ਵਾਸ਼ਿੰਗ ਕਰਨੀ ਤੇ ਆਪਣਾ ਇਮਿਊਨ ਸਿਸਟਮ ਜਿਹੜਾ ਹੈ ਅੱਛੀ ਡਾਈਟ ਲੈ ਕੇ, ਜਿਹਦੇ ਵਿੱਚ ਵਿਟਾਮਿਨ ਸੀ ਹੋਵੇ, ਪ੍ਰੋਟੀਨ ਹੋਵੇ, ਜ਼ਿੰਕ ਹੋਵੇ, ਇਹ ਸਾਰੀਆਂ ਚੀਜ਼ਾਂ ਲੈ ਕੇ ਜਿਹੜੀਆਂ ਹੈਗੀਆਂ ਨੇ, ਕਹਿ ਲਓ ਕਿ ਗ੍ਰੀਨ ਟੀ ਵਗੈਰਾ ਲੈ ਕੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਮਿਊਨਿਟੀ ਨੂੰ ਬੂਸਟ ਕਰਦੀਆਂ ਨੇ। ਆਪਣਾ ਇਮਿਊਨ ਸਿਸਟਮ ਤੰਦਰੁਸਤ ਰੱਖੋ, ਚੜ੍ਹਦੀ ਕਲਾ 'ਚ ਰੱਖੋ ਤੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਹਦੇ ਤੋਂ ਜ਼ਿਆਦਾ ਕਿਸੇ ਪ੍ਰੋਬਲਮ 'ਚ ਆਵਾਂਗੇ ਤੇ ਆਪਾਂ ਇਹਦੇ ਉੱਤੇ ਲਗਭਗ ਜਿਹੜਾ ਇਹ ਕੰਟਰੋਲ ਹੈ, ਕਾਬੂ ਆ, ਉਹ ਪਾ ਲਾਂਗੇ। ਬਹੁਤ ਬਹੁਤ ਧੰਨਵਾਦ ਜੀ ਮੈਡਮ ਦਰਸ਼ਨ ਕੌਰ ਸੋਹੀ ਜੀ, ਤੇ SSTV ਦੇ ਵੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫਿਰ ਮਿਲਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ, ਤਦ ਤੱਕ ਲਈ ਰੱਬ ਰਾਖਾ। ਹਾਜ਼ਰੀਨ, ਵਿਚਾਰ ਚਰਚਾ ਵਿੱਚ ਆਪ ਸਭ ਦਾ ਸਵਾਗਤ। ਅੱਜ ਦੀ ਵਿਚਾਰ ਚਰਚਾ ਗਾਥਾ ਹੈ ਉਹਨਾਂ ਪਾਣੀਆਂ ਦੀ ਜਿਨ੍ਹਾਂ ਨੂੰ ਹੰਗਾਲਦੇ ਹੋਏ ਮੇਰੇ ਦਾਦੀ ਦੇ ਹਾਣੀ ਗਦਰੀ ਬਾਬਿਆਂ ਦੀ ਲਹਿਰ ਵਿੱਚ ਹਿੱਸਾ ਬਣੇ। ਇਹ ਗਾਥਾ ਹੈ ਕਾਮਾ ਗਾਟਾ ਮਾਰੂ ਦੇ ਬਿਰਤਾਂਤ ਦੀ। ਇਹ ਨਵਾਂ ਅਧਿਆਏ 1914 ਵਿੱਚ ਹਿੰਦੁਸਤਾਨ ਦੀ ਆਜ਼ਾਦੀ ਲਈ ਲੜ ਲਏ ਜੁਝਾਰੂਆਂ ਦੇ ਅਧਿਆਏ ਵਿੱਚ ਇੱਕ ਨਵਾਂ ਅਧਿਆਏ ਸ਼ਾਮਲ ਹੋਇਆ ਸੀ। 1914 ਵਿੱਚ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਦਰਅਸਲ ਇਹ ਕਾਨੂੰਨ ਉਹਨਾਂ ਨੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ, ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆਉਣ, ਉਹਨਾਂ ਦੇ ਦਾਖਲੇ ਨੂੰ ਰੋਕਣ ਤੇ ਇੱਥੇ ਵਸਣ ਦੇ ਵਿਰੁੱਧ ਪਾਸ ਕੀਤਾ ਸੀ, ਤਾਂ ਕਿ ਇਸ ਕਾਨੂੰਨ ਦੇ ਆੜ ਲੈ ਕੇ ਉਹ ਕਿਸੇ ਨੂੰ ਇੱਥੇ ਦਾਖਲ ਹੋਣ ਤੋਂ ਮਨਾ ਕਰ ਸਕਣ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਨੂੰ ਕਿਰਾਏ ਤੇ ਲਿਆ ਤਾਂ ਜੋ ਕਾਨੂੰਨੀ ਅੜਚਨ ਨੂੰ ਦੂਰ ਕਰੀਏ ਤੇ ਲੋਕਾਂ ਨੂੰ ਇੱਥੇ ਲਿਆ ਕੇ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਜਾਵੇ। ਸੋ 1914 ਵਿੱਚ ਪੰਜਾਬ ਭਾਰਤ ਤੋਂ ਲੈ ਕੇ ਮੁਸਾਫਰਾਂ ਨੂੰ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਾਪਾਨ ਵਿੱਚੋਂ ਲੰਘਦਿਆਂ ਬਹੁਤ ਸਾਰੇ ਮੁਸਾਫਰ ਹੋਰ ਇਹਦੇ ਨਾਲ ਜੁੜੇ ਜੋ ਹਿੰਦੁਸਤਾਨ ਨਾਲ ਸੰਬੰਧਿਤ ਸਨ। ਇਹ ਫਿਰ ਆਖਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ਦੀ ਬੰਦਰਗਾਹ ਤੇ ਲੱਗਿਆ। ਇਹ ਜਹਾਜ਼ 19 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ, ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ।
ਇਹਨਾਂ ਸਾਰੇ ਮੁਸਾਫਰਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖਲਾ ਦੇ ਦਿੱਤਾ ਗਿਆ, ਜਦ ਕਿ ਬਾਕੀ 352 ਮੁਸਾਫਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜਬੂਰ ਕੀਤਾ ਗਿਆ। ਮੁਸਾਫਰਾਂ ਵਿੱਚੋਂ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸ਼ਾਮਲ ਸਨ, ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ ਤੇ ਕਾਫੀ ਲੰਮੀ ਜਦੋਜਹਿਦ ਤੇ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤੇ ਸਿੱਖ ਵੀ ਡਟ ਗਏ। 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ 2 ਮਹੀਨੇ ਵੈਨਕੂਵਰ ਦੀ ਬੰਦਰਗਾਹ ਤੇ ਬੰਦੀ ਬਣਾਈ ਰੱਖਿਆ। ਸੋ ਜ਼ੁਲਮ ਸਿਤਮ ਦੀ ਇਹ ਹੱਦ ਸੀ ਕਿ ਮੁਸਾਫਰਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਗਿਆ ਤੇ ਇੱਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ ਕਾਮਾਂਗਾਟਾ ਮਾਰੂ ਬੇੜੇ ਨੂੰ ਡੋਬਣ ਦੀ ਸਾਜ਼ਿਸ਼ ਵੀ ਰਚੀ ਗਈ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਤੇ ਇਹਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਖੈਰ, ਇਸ ਦੌਰਾਨ ਜਹਾਜ਼ ਵਿਚਲੇ ਸਿੱਖ ਇੱਕ ਨਵੇਂ ਬਣੇ ਕਾਨੂੰਨ ਦੀ ਆੜ ਵਿੱਚ ਜਿਹੜੀ ਸਰਕਾਰ ਨਾਲ ਟੱਕਰ ਚੱਲ ਰਹੀ ਸੀ, ਉਹ ਟੱਕਰ ਲੈਣ ਦੀ ਬਜਾਏ ਪੰਜਾਬ ਵਾਪਸ ਮੁੜਨ ਨੂੰ ਰਾਜੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿੱਤੀ। ਅਖੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਵੱਲ ਨੂੰ ਮੁੜ ਪਿਆ। ਸੰਸਾਰ ਦੇ ਇਤਿਹਾਸ ਵਿੱਚ ਇਹ ਦੁਖਾਂਤ ਜੋ ਹੈ, ਇਹ ਜੋ ਘਟਨਾ ਹੈ, ਇਹ ਬਹੁਤ ਹੀ ਜ਼ਿਆਦਾ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਤੇ ਜਬਰੀ ਰੋਕੀ ਰੱਖਿਆ ਤੇ ਮੁਸਾਫਰਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ। ਸੋ ਇਸ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਵੀ ਸੀ, ਪਰ ਜਾਪਾਨੀ ਨਾਂ ਉਹਦਾ ਕਾਮਾਗਾਟਾ ਮਾਰੂ ਹੀ ਸੀ, ਜਿਹਦੇ ਨਾਲ ਇਹ ਜਿਸ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। 2 ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ, ਜਿੱਥੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। 29 ਸਤੰਬਰ 1914 ਨੂੰ ਇਹ ਕਾਮਾਗਾਟਾ ਮਾਰੂ ਜਹਾਜ਼ ਜੋ ਹੈ ਬਜਬਜ ਘਾਟ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਰਾਹੀਂ ਮੁਸਾਫਰਾਂ ਨੂੰ ਪੰਜਾਬ ਲਿਜਾਣ ਵਾਸਤੇ ਪ੍ਰਬੰਧ ਕੀਤਾ ਗਿਆ ਸੀ। ਮੁਸਾਫਰਾਂ ਨੇ ਇਹਦੇ ਵਿੱਚ ਬਹਿਣ ਤੋਂ ਇਨਕਾਰ ਕਰਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕਲਕੱਤਾ ਦੇ ਬੜਾ ਬਾਜ਼ਾਰ ਵਾਲੇ ਗੁਰਦੁਆਰੇ ਵੱਲ, ਜਿਹੜਾ ਗੁਰਦੁਆਰਾ ਹੈ ਉੱਥੇ, ਉਹਦੇ ਵੱਲ ਜਲੂਸ ਬਣਾ ਕੇ ਤੁਰ ਪਏ। ਇਸ ਉੱਤੇ ਪੁਲਿਸ ਨੇ ਮੁਸਾਫਰਾਂ ਉੱਤੇ ਗੋਲੀ ਚਲਾ ਦਿੱਤੀ ਤੇ ਫਾਇਰਿੰਗ ਵਿੱਚ 19 ਮੁਸਾਫਰ ਮਾਰੇ ਗਏ। ਮਗਰੋਂ ਪੁਲਿਸ ਨੇ ਮੁਸਾਫਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹਦੇ ਦੌਰਾਨ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਅਦਾਲਤੀ ਕਾਰਵਾਈਆਂ ਵੀ ਹੋਈਆਂ, ਪਰ ਅਦਾਲਤਾਂ ਨੇ ਵੀ ਜਿਹੜਾ ਹੈ ਕੈਨੇਡਾ ਵਿਖੇ ਅਦਾਲਤ ਦੇ ਜਿਹੜੀ ਸਰਕਾਰ ਵੱਲੋਂ ਜਿਹੜਾ ਕਾਨੂੰਨ ਪਾਸ ਕੀਤਾ ਸੀ ਉਹਦੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਸੀ। ਉਦੋਂ ਫਿਰ ਇਹਨਾਂ ਨੇ ਖੁਫੀਆ ਮਹਿਕਮੇ ਵਿੱਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ, ਜਿਹਦਾ ਇੰਚਾਰਜ ਇੱਕ ਅੰਗਰੇਜ਼ ਅਫਸਰ ਹਾਪਕਿੰਸਨ ਨੂੰ ਬਣਾਇਆ ਸੀ। ਇਹਨੇ ਇੰਟੈਲੀਜੈਂਸ ਮਹਿਕਮੇ ਨੂੰ ਚਲਾਉਣ ਦਾ ਪੂਰਾ ਜ਼ਿੰਮਾ ਲਿਆ ਹੋਇਆ ਸੀ। ਉਹਦੇ ਗਾਂ ਟਾਊਟ ਰੱਖੇ ਸੀ ਬੇਲਾ ਸਿੰਘ ਜਿਆਨ ਤੇ ਇੱਕ ਹੋਰ 2 ਪੰਜਾਬੀ ਸੀ, ਏਜੰਟ ਸੀ ਉਹਦੇ। 21 ਅਕਤੂਬਰ 1914 ਨੂੰ ਜਦ ਹਾਪਕਿੰਸਨ ਅਦਾਲਤ ਵਿੱਚ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਗਿਆ ਸੀ, ਕਿਉਂਕਿ ਬੇਲਾ ਸਿੰਘ ਨੇ ਇੱਕ ਸਿੱਖ ਦਾ ਕਤਲ ਕਰ ਦਿੱਤਾ ਸੀ, ਤਾਂ ਉੱਥੇ ਮੇਵਾ ਸਿੰਘ ਨੇ ਉਹਨੂੰ ਉੱਥੇ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਤੇ ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਦਿਨ ਫਾਂਸੀ ਦੇ ਦਿੱਤੀ ਗਈ ਸੀ। ਜਦੋਂ ਤੋਂ ਕਾਂਡ ਹੋਇਆ ਸੀ, ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਕਾਮਾਗਾਟਾ ਮਾਰੂ ਦੁਖਾਂਤ ਲਈ ਮਾਫੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ ਸਨ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ ਸੀ ਤੇ ਮਾਫੀ ਲਈ ਹੀ ਜਿੱਦ ਫੜੀ ਰੱਖੀ। ਇਸ ਦਰਮਿਆਨ ਗਦਰੀ ਬਾਬਿਆਂ ਦਾ ਇੱਕ ਮੇਲਾ ਲੱਗਦਾ ਵੈਨਕੂਵਰ ਵਿੱਚ। ਉੱਥੇ ਸਟੀਫਨ ਹਾਰਪਰ ਜੋ ਉਦੋਂ ਪ੍ਰਧਾਨ ਮੰਤਰੀ ਸਨ ਦੇਸ਼ ਦੇ, ਉਹਨਾਂ ਨੇ ਮਾਫੀ ਮੰਗ ਲਈ ਸੀ, ਪਰ ਲੋਕਾਂ ਦੀ ਮੰਗ ਸੀ ਕਿ ਪਾਰਲੀਮੈਂਟ ਦੇ ਵਿੱਚ ਮੰਗੀ ਜਾਏ, ਪਰ ਅਜਿਹਾ ਉਦੋਂ ਨਹੀਂ ਸੀ ਹੋਇਆ। ਇਸ ਤੋਂ ਬਾਅਦ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮਾਫੀ ਮੰਗਣ ਲਈ 18 ਮਈ 2016 ਦੇ ਦਿਨ ਐਲਾਨ ਕਰਕੇ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਸੀਗਾ। ਇੱਕ ਨਵਾਂ ਇਤਿਹਾਸ ਸਿਰਜਿਆ, ਜਿਹਦਾ ਸਾਰੇ ਪਾਸਿਆਂ ਤੋਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗਲਤੀਆਂ ਤੇ ਮਾਫੀ ਮੰਗਣ ਤੇ ਉਹਨਾਂ ਤੋਂ ਸਭ ਸਿੱਖਣ ਦਾ ਇਹ ਕਦਮ ਇੱਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ਵਿੱਚ ਖਾਸ ਮਹੱਤਵ ਰੱਖਦਾ ਹੈ। ਚਾਹੇ ਕਾਮਾਗਾਟਾ ਮਾਰੂ ਲਈ ਮਾਫੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰ ਆ ਕੇ, ਜਿਹੜੇ ਬਾਹਰੋਂ ਆਏ ਇੱਥੇ ਸਾਡੇ ਵਸੇ ਨੇ ਸਿੱਖ ਭਾਈਚਾਰੇ ਦੇ ਲੋਕ, ਉਹਨਾਂ ਨੂੰ ਪਹਿਲਾਂ ਹੀ ਸਨਮਾਨ ਦੇ ਦਿੱਤਾ ਸੀਗਾ ਕਿ ਆਪਣੀ ਵਜ਼ਾਰਤ ਵਿੱਚ 4 ਸਿੱਖ ਮੰਤਰੀ ਸ਼ਾਮਲ ਕੀਤੇ ਸੀ। ਇਹਨਾਂ ਨੂੰ ਮਹਿਕਮੇ ਬੜੇ ਕਮਾਲ ਦੇ ਦਿੱਤੇ ਹੋਏ ਨੇ, ਰੱਖਿਆ, ਆਰਥਿਕਤਾ, ਸਨਅਤ ਤੇ ਵਪਾਰ।
बड़े वैल्यूएबल पोर्टफोलियो वाले महकमे ने जिन्हां दी जिम्मेवारी काफ़ी वध हुंदी है दूसरे महकमिਆਂ ਦੇ मुकाबले। फिर संसद 'ਚ माफ़ी मंग के उन्होंने कनेडा का अक्स जिहड़ा सी ਉਹ कौमांतरी पद्धर ते होर भी मजबूत कर दिता सीगा। खैर ये ट्रूडो परिवार की ही विशालता है उन्होंने हिरदे की। उन्होंने पिता प्रधानमंत्री एलियट पीरे ट्रूडो ने चार्टर ऑफ राइट्स लिया सी जिहदे राहीं कनेडा नूं मनुखी अधिकारां दा चैंपीयन बनाया गया सीगा। सो 104 साल पहला मिले जख्मां नूं मलम ला के मानववादी दृष्टिकोण की मिसाल कायम की जस्टिन ट्रूडो ने। सो इस तरह जिहड़ा हिंदुस्तान है भारत है उत्थे भी ब्रिटिश कोलंबिया जिद्दां माफ़ी मंगी गई विधान सभा विच इस तरह भारत के सूबों में भी माफ़ी मंगी जानी चाहिए। खास करके पंजाब की विधान सभा में जरूर ही एक कदम चुकया जाना चाहिए क्योंकि कामागाटा मारू तकरीबन सारे मुसाफर अनमंडे पंजाब नाल संबंधित सन। कनेडा की पहल कदमी सुनेहा दिंदी है कि जेकर सरकारां इतिहास दी गलतियां तो सबक लैके मुड़ गलतियां ना दोहराउण दा तहैया करन तां सही अर्थां 'च नवीआं लीहां पाउण दे बराबर हुंदा। जेकर घल्लूघारियां नशलकुशियां ते देश पद्धरी दुखांतां लई इतिहासक गलतियां दा पछतावा होवे, दोषियां नूं सजावां मिलण ते घੱਟ गिनतियां सुरੱਖਿਅਤ होण तद ही कामागाटा मारू दी कनेडा 'च माफ़ी मंगे जाण दा कोई स्वागत जिहड़ा उन्होंने किया वो अर्थ रखता नहीं तो महज सियासी बयानबाजी ही होगी। प्रधानमंत्री जस्टिन ट्रूडो ने दुनिया के आगूआं ने सुनेहा दिता कि कोई मुल्क बीते 'च होए गुनाहां की माफ़ी मंगण नाल छोटा नहीं हुंदा बल्कि उसका सन्मान होर भी उच्चा हुंदा है। ये विचार ते उपराले शलाघायोग हन पर जरूरत इस गल दी है कि किते भी मूलवासी लोकां जां प्रवासियां नाल रंग नस्ल जात धर्म ते बोली के आधार पर वितकरा नहीं किया जाना चाहिए। गुरु नानक जहाज बनाम कामागाटा मारू दे 376 मुसाफरां विचों 337 सिखां तो इलावा 12 हिंदू ते 27 मुसलमान सन पर सारिਆਂ ने आपे अपने अकीदे ते धर्मां नूं निजी पद्धर ते रखिया सी। सो ਉਹ ਇਸ ਨੂੰ साइड ते रख के कनेडा के नस्लवाद ते भारत के बस्तीवाद के खिलाफ लड़े सी। अफसोस इस गल दा कि भारत नूं ब्रिटिश बस्तीवाद तो आज़ाद करवाउण लई तां सारिਆਂ ने मिल के कुर्बानियां कीतियां पर हुण जिस तरीके नाल घट गिनतियां नाल धक्का हो रहा उन्हां नूं बेगानगी का एहसास करवाया जा रहा इस तो वड्डी दुखदाई गल कोई नहीं हो सकती। ये आज़ादी लई लड़न वाले योद्धियां कामागाटा मारू जहाज के मुसाफरां ते समूह गदरी बाबियां नाल धरो भी है अते उन्हां दी सोच का अपमान भी। नव बस्तीवाद की स्थापना की फाशीवादी सोच खिलाफ सब नूं इकट्ठे होना चाहिए है तद ही कामागाटा मारू के मुसाफरां के अन्याय संबंधी आवाज़ उठाउण का कोई अर्थ रहिंदा है, नहीं तो अपने आप विच इह दोगली नीति तो वध कुछ भी। दर्द दा मौसम भी कीए दिल लगीए होर की, दर्द दा मौसम भी कीए दिल लगीए होर की, पीड़ दा बूटा है बस ये जिंदगी है होर की, आप ही टल जाएगी जां मैनू पैसी टालनी, आप ही टल जाएगी या मैनू पैसी टालनी, रोज वांगू एक बला सिर ते खड़ी है होर की। हाजरीन तुहाडा मुड़ तो स्वागत है लोक आवाज़ लाइव दे विच। तुहाडे ढेर सारे टैक्सट मैसेज आ रहे हैं विच फोन कॉलां भी आ रही ने। प्लीज़ मेरे निजी फोन ते फोन ना करो तुसी, मैं प्रोग्राम तो बाद तुहाडे कॉल्स दे जवाब जरूर देवांगा। तुसी मेरे टैक्सट मैसेज कर देना। काफ़ी पसंद किया है तुसी प्रोग्राम क्योंकि भरवा हंगारा तुहाडा मिल रहा है। स्टूडियो विच भी फोन आ रहे हैं, मैं ऑन एयर तो नहीं कर सकिया पर चंगा लगता जदों तुसी इस तरह प्रोग्राम दे नाल जुड़दे हो। हाजरीन किसी भी किस्म की तुसी इंश्योरेंस की बाबत जानकारी लैनी है तो तुसी मैनू संपर्क कर लेना क्योंकि लाइफ इंश्योरेंस बहुत ज़रूरी है। असी एक कार जो है चलानी होंदी है वो 350 तक की इंश्योरेंस महीने की लै लेने पर ये जिहड़ी मशीनरी बेजान मशीनरी जिहड़ा बंदा चलाउंदा आ उहदे जिहड़े प्रीमियम भरदा आ ਉਹਦੀ ਜਿਹੜੀ फाइनेंस करवाई होंदी है मुल लैके करती है। जिंदगी जिहड़ा मनुख है जिहदे उत्ते सारा दारोमदार है, घर चुके हुए ने करजे आपां मारगेजेस, उस जिंदगी नूं सुरक्षित करने लई असीं कोई टूल नहीं वरतदे। तुसीं प्लीज़ अपनी ज़रूर इंश्योरेंस करा के रखो ताकि औखे समय विच ये काम आ सके।
ਤੁਸੀਂ ਕਿਸੇ ਵੀ ਕਿਸਮ ਦੀ ਕ੍ਰਿਟੀਕਲ ਇੰਸ਼ੋਰੈਂਸ ਲੈਣੀ ਹੈ ਤਾਂ ਮੈਨੂੰ ਕਾਲ ਕਰਨੀ, ਕਿਉਂਕਿ 32 ਬਿਮਾਰੀਆਂ ਇਹ ਇੰਸ਼ੋਰੈਂਸ ਕਵਰ ਕਰਦੀ ਹੈ, ਭਾਵੇਂ ਹਾਰਟ ਅਟੈਕ ਹੋਵੇ ਜਾਂ ਕਿਸੇ ਕਿਸਮ ਦਾ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦੇ ਕਈ ਨੇ ਜਿੱਦਾਂ ਬਿਮਾਰੀਆਂ 32 ਕਿਸਮ ਦੀਆਂ ਨੇ। ਇਹਨਾਂ 'ਚ ਕੋਈ ਵੀ ਬਿਮਾਰੀ ਡਾਇਗਨੋਜ਼ ਹੋਵੇ ਤਾਂ ਤੁਹਾਡੇ ਪ੍ਰੀਮੀਅਮ ਸਮੇਤ ਜਿੰਨੇ ਤੁਸੀਂ ਇੰਸ਼ੋਰੈਂਸ ਕਰਵਾਈ ਹੋਵੇ, ਲੱਖ ਦੀ, 2 ਲੱਖ ਦੀ, 5 ਲੱਖ ਦੀ, ਸਾਰੇ ਦੇ ਸਾਰੇ ਪੈਸੇ ਬਿਨਾਂ ਕੋਈ ਸਵਾਲ ਪੁੱਛਿਆ ਤੁਹਾਨੂੰ ਵਾਪਸ ਕਰ ਦਿੱਤੇ ਜਾਂਦੇ ਨੇ। ਅਤੇ ਜਿੱਥੇ ਮਰਜ਼ੀ ਤੁਸੀਂ ਖਰਚ ਕਰ ਸਕਦੇ ਹੋ, ਤੁਹਾਨੂੰ ਉਹਦੇ ਬਾਰੇ ਕੁਛ ਪੁੱਛਿਆ ਜਾ ਸਕਦਾ। ਸੋ ਇਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰਨੀ ਹੈ। ਨਾਲ ਹੀ ਨਾਲ ਡਿਸੇਬਿਲਿਟੀ ਇੰਸ਼ੋਰੈਂਸ ਬਹੁਤ ਵਧੀਆ ਇੱਕ ਟੂਲ ਹੈ ਤੁਹਾਡੀ ਇਨਕਮ ਰਿਪਲੇਸਮੈਂਟ ਦਾ। ਕਿਸੇ ਕਾਰਨ ਤੁਹਾਨੂੰ ਸੱਟ ਵੱਟ ਲੱਗ ਜਾਂਦੀ ਹੈ, ਸਿਹਤ ਦੀ ਸਮੱਸਿਆ ਕਾਰਨ ਤੁਸੀਂ ਕੰਮ ਨਹੀਂ ਜਾ ਸਕਦੇ, ਡਾਕਟਰ ਦਿੰਦਾ, ਇੰਸ਼ੋਰੈਂਸ ਤੋਂ ਪੈਸੇ ਉਹ ਕਲੇਮ ਕਰ ਸਕਦੇ ਹੋ। ਬਹੁਤ ਚੰਗਾ ਟੂਲ ਹੈ। ਇਸ ਦੇ ਨਾਲ ਆਊਟ ਆਫ ਪ੍ਰੋਵਿੰਸ ਜਿਹੜੀ ਇੰਸ਼ੋਰੈਂਸ ਕਰਵਾਇਆ ਕਰੋ, ਟਰੈਵਲ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਜਦੋਂ ਕੋਈ ਇੱਥੇ ਵਿਜ਼ਟਰ ਵੀਜ਼ੇ 'ਤੇ ਆਉਂਦਾ ਉਹਦੀ ਜ਼ਰੂਰ ਲਿਆ ਕਰੋ, ਜਾਂ ਕਿਹਾ ਕਰੋ ਉੱਥੋਂ ਹੀ ਲੈ ਕੇ ਆਵੇ, ਕਿਉਂਕਿ ਜਿਹੜੇ ਇੱਥੇ ਪੈਸੇ ਨੇ ਬਹੁਤ ਸਾਰੇ ਬਣ ਜਾਂਦੇ ਨੇ ਜੇ ਕਿਤੇ ਬਿਮਾਰੀ ਸ਼ੁਮਾਰੀ ਦੇ ਵਿੱਚ ਹਸਪਤਾਲ ਜਾਣਾ ਪੈ ਜਾਵੇ ਤਾਂ। ਇਸ ਦੇ ਨਾਲ RES ਵੀ ਬੜਾ ਵਧੀਆ ਪ੍ਰੋਡਕਟ ਹੈ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਹੈ, ਜੋ ਗਵਰਨਮੈਂਟ ਆਫ ਕੈਨੇਡਾ ਬੱਚਿਆਂ ਦੇ ਵਾਸਤੇ ਖੋਲ੍ਹਦੀ ਹੈ। ਉਹਦੇ ਵਿੱਚ ਜਿੰਨੇ ਪੈਸੇ ਅਸੀਂ ਜਮ੍ਹਾਂ ਕਰਾਉਂਦੇ ਹਾਂ ਉਹਦੇ ਨਾਲ 9200 ਤੱਕ ਦੀ ਗ੍ਰਾਂਟ ਗਵਰਨਮੈਂਟ ਪਾ ਕੇ ਸਾਡੇ ਬੱਚੇ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦੀ। ਫਿਰ ਇੰਸ਼ੋਰੈਂਸ ਦੇ ਨਾਲ ਇਹਦੇ ਉੱਤੇ ਇੰਟਰਸਟ ਮਿਲਦਾ। ਇੰਟਰਸਟ ਦੇ ਨਾਲ ਕੰਪਨੀ 15% ਆਪਣੇ ਕੋਲੋਂ ਪਾ ਕੇ ਉਹ ਖਾਤੇ ਵਿੱਚ ਜਮ੍ਹਾਂ ਕਰਵਾ ਤੇ ਇੰਨੇ ਕੁ ਪੈਸੇ ਬਣ ਜਾਂਦੇ ਨੇ। ਜਦੋਂ ਬੱਚਾ ਯੂਨੀਵਰਸਿਟੀ 'ਚ ਜਾਂਦਾ ਉਹਨੂੰ ਕਰਜ਼ਾ ਲੈਣ ਦੀ ਬਹੁਤੀ ਨੌਬਤ ਨਹੀਂ ਆਉਂਦੀ। ਸੋ ਤੁਸੀਂ ਸਾਨੂੰ ਵੈਸੇ ਵੀ ਗਵਰਨਮੈਂਟ ਆਫ ਕੈਨੇਡਾ ਜਿਹੜੀ ਚਾਈਲਡ ਬੈਨੀਫਿਟ ਦਿੰਦੀ ਹੈ, ਅਸੀਂ ਘਰਾਂ ਦੇ ਵਿੱਚ ਖਰਚ ਲੈਂਦੇ ਹਾਂ, ਉਹਨੂੰ ਕਿਤੇ ਇਸ ਅਕਾਊਂਟ ਦੇ ਵਿੱਚ ਪਾ ਲਿਆ ਕਰੋ। ਅਤੇ ਬਹੁਤ ਚੰਗਾ ਇੱਕ ਟੂਲ ਹੈ। ਤੁਸੀਂ ਇਹ ਕਰਵਾਉਣ ਵਾਸਤੇ ਮੈਨੂੰ ਕਾਲ ਕਰਨਾ 416 319 0551 ਮੇਰਾ ਫ਼ੋਨ ਨੰਬਰ ਹੈ। ਬਾਕੀ ਰੀਅਲ ਸਟੇਟ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਤੌਰ ਬਰੋਕਰ ਸਿਲਵਰ ਸਿਟੀ ਹੋਮ ਲਾਈਫ ਦੇ ਨਾਲ ਕੰਮ ਕਰਦਾ ਹਾਂ, ਔਰ ਬਹੁਤ ਅੱਛਾ ਬਿਜ਼ਨਸ ਦਾ ਹੰਗਾਰਾ ਤੁਸੀਂ ਮੈਨੂੰ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੁਰਾਣਾ ਕਰਕੇ ਤੇ ਨਹੀਂ ਵਿਕਦਾ, ਮੈਨੂੰ ਕਾਲ ਕਰ ਲੈਣਾ, ਮੈਂ ਵੇਚ ਦੇਣਾ ਹੈ। ਨਵੇਂ ਬਹੁਤ ਸਾਰੇ ਪ੍ਰੋਜੈਕਟ ਆਏ ਹਨ ਕੰਡੋਮੀਨੀਅਮ ਦੇ, ਈਵਨ ਬਰੈਂਪਟਨ ਦੇ ਵਿੱਚ ਬੜੇ ਪਿਆਰੇ ਔਰ ਬੜੇ ਵਾਜਬ ਕੀਮਤ 'ਤੇ ਨੇ। ਮੈਂ ਤੁਹਾਡਾ ਉਹ ਬੁਕਿੰਗ ਕਰਵਾ ਸਕਦਾ ਹਾਂ, ਕਿਉਂਕਿ ਸੋਹਣੇ ਪੈਸੇ ਉਹ ਦੇ ਕੇ ਜਾਣਗੇ ਪ੍ਰੋਜੈਕਟ। ਉਹ ਭਾਵੇਂ ਸੈਂਟਰਲਵੁੱਡ ਅਤੇ ਮਿਸਿਸਾਗਾ ਦੇ ਲਾਗੇ ਹੋਣ ਕੰਡੋਮੀਨੀਅਮ, ਜਾਂ ਫਿਰ ਡਾਊਨਟਾਊਨ ਬਰੈਂਪਟਨ ਹੋਵੇ, ਡਾਊਨਟਾਊਨ ਟੋਰਾਂਟੋ ਹੋਵੇ, ਜਾਂ ਅੰਟਾਰੀਓ ਭਰ ਵਿੱਚ ਕਿਤੇ ਵੀ ਕੋਈ ਕੰਡੋਮੀਨੀਅਮ ਬੁੱਕ ਕਰਵਾਉਣਾ ਆ ਯੂਨੀਵਰਸਿਟੀਆਂ ਦੇ ਲਾਗੇ, ਜਿੱਥੇ ਜਿਹੜਾ ਤੁਹਾਡਾ ਕਿਰਾਏ ਦੀ ਗਰੰਟੀ ਹੈ, ਰੈਂਟ ਜਿਹੜਾ ਹੈ ਤੁਹਾਨੂੰ ਆਈ ਜਾਣਾ। ਜੇ ਤੁਸੀਂ ਆਪ ਨਹੀਂ ਵੀ ਰਹਿਣਾ, ਜੇ ਬੱਚਿਆਂ ਨੇ ਰਹਿਣਾ ਦੈਟਸ ਫਾਈਨ। ਕਿਰਾਏ 'ਤੇ ਵੀ ਚੜਾਉਣਾ ਤਾਂ ਠੀਕ ਹੈ, ਨਹੀਂ ਤਾਂ ਤੁਹਾਨੂੰ 2 ਸਾਲ ਦੀ ਰੈਂਟ ਗਰੰਟੀ ਵੀ ਹੈ। ਔਰ ਉਹਦੀ ਜਿਹੜੀ ਫੀਸ ਹੁੰਦੀ ਹੈ ਮੇਨਟੇਨੈਂਸ ਦੀ, ਉਹ ਵੀ ਮਾਫ ਹੁੰਦੀ ਹੈ। ਕਈਆਂ 'ਚ ਸਾਲ ਦੀ ਹੈ, ਕਈਆਂ ਦੀ 6 ਮਹੀਨੇ, ਕਈਆਂ ਦੀ 2 ਸਾਲ ਤੱਕ ਮਾਫ ਹੈ। ਤੁਸੀਂ ਮੈਨੂੰ ਜਾਣਕਾਰੀ ਲੈਣ ਲਈ ਫੋਨ ਕਰ ਦੇਣਾ 416 319 0551। ਇਹਨਾਂ ਮਾੜੇ ਸਮਿਆਂ ਦੇ ਵਿੱਚ ਜਦੋਂ ਕਰੋਨਾ ਦਾ ਡਰ ਚਾਚ ਫਿਰੇ ਫੈਲਿਆ ਹੋਇਆ ਹੈ, ਤੁਸੀਂ ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਅੰਦਰ ਰਹਿਣਾ ਹੈ, ਬਾਹਰ ਨਹੀਂ ਨਿਕਲਣਾ। ਬਹੁਤ ਸਾਰੇ ਬਾਹਰ ਲੋਕ ਨਿਕਲ ਰਹੇ ਨੇ ਪਰ ਉਹ ਸੋਸ਼ਲ ਡਿਸਟੈਂਸ ਦਾ ਖਿਆਲ ਨਹੀਂ ਕਰ ਰਹੇ। ਪਿੱਛੇ ਜੇ ਟੋਰਾਂਟੋ ਇੱਕ ਪਾਰਕ ਖੋਲ੍ਹਿਆ ਸੀ, ਉੱਥੇ ਬਹੁਤ ਸਾਰੇ ਔਰ ਨਾਲ ਦੇ ਘਰਾਂ ਦੇ ਜਿਹੜੇ ਹੈਗੇ ਨੇ ਉੱਥੇ ਹੀ ਆਪਣਾ ਟੱਟੀ ਪਿਸ਼ਾਬ ਕੀਤਾ ਉਹਨਾਂ ਨੇ। ਬਹੁਤ ਸਾਰੀਆਂ ਟਿਕਟਾਂ ਮਿਲੀਆਂ, ਬਹੁਤ ਮਾੜਾ ਲੱਗਾ ਇਹ ਗੱਲ ਸੁਣ ਕੇ। ਇਸ ਦੇ ਨਾਲ ਹੀ ਸਾਡੇ ਆਪਣੇ ਭਾਈਚਾਰੇ ਦੇ ਜਿਹੜੇ ਸਟੂਡੈਂਟ ਇੱਥੇ ਪੰਜਾਬੀ ਬਾਜ਼ਾਰ ਅਤੇ ਆਰੇਲਾਸਨ ਅਤੇ ਮਿਕਲਾਗਲਨ ਰੋਡ ਦੇ ਲਾਗੇ ਤੱਕ ਜਿਹੜੇ ਪਲਾਜ਼ੇ ਨੇ ਸ਼ੈਡਰ ਕਾਲਜ ਦੇ ਨੇੜੇ ਤੇੜੇ, ਇੱਥੇ ਕਾਫੀ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਗੱਡੀ ਦੇ ਵਿੱਚ ਡੈਕ ਲਾਏ ਹੋਏ ਸੀਗੇ ਅਤੇ ਗੇੜੀਆਂ ਕੱਢਦੇ ਸੀਗੇ। ਉਹ ਕਾਫੀ ਮੇਰਾ ਖਿਆਲ ਹੈ ਕਿ 150 150 ਤੋਂ ਕਰੀਬ ਉਹਨਾਂ ਨੂੰ ਟਿਕਟਾਂ ਜਿਹੜੀਆਂ ਪੁਲਿਸ ਵੱਲੋਂ ਦਿੱਤੀਆਂ ਗਈਆਂ ਨੇ। ਤੁਸੀਂ ਵੀ ਜ਼ਰੂਰ ਖਿਆਲ ਰੱਖੋ, ਇਸ ਤਰ੍ਹਾਂ ਦੇ ਆਪਣਾ ਕੰਮਾਂ ਤੋਂ ਬਚੀਏ ਜਿਹੜੇ ਸਾਡੇ ਲੋਕਾਂ ਦੇ ਅਮਨ ਵਿੱਚ ਖਲਲ ਪਾਉਂਦੇ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ। ਕਿਉਂਕਿ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਰੂਲ ਜਿਹੜੇ ਨੇ ਬਹੁਤ ਸਖਤ ਨੇ, ਉਹ ਕਿਸੇ ਨੂੰ ਮਾਫ ਨਹੀਂ ਕਰਦੇ। ਅਸੀਂ ਇਹਨਾਂ ਮੁਲਕਾਂ ਵਿੱਚ ਪੜ੍ਹਨ 'ਚ ਆਏ ਹੋ ਤੁਸੀਂ, ਅਤੇ ਆਪਣੇ ਆਪ ਨੂੰ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਿਓ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਚੰਗੇ ਇੱਕ ਸਾਊ ਪੁੱਤਰ ਸਾਂ ਔਰ ਇੱਥੇ ਵੀ ਸਾਊ ਬਣ ਕੇ ਰਹੀਏ। ਇਹਨਾਂ ਮੁਲਕਾਂ ਦੀ ਜਿਹੜੀ ਹੈ ਜਿਹੜੇ ਨਿਯਮ ਨੇ, ਕਾਨੂੰਨ ਹਨ, ਉਹਨਾਂ ਦੀ ਪਾਲਣਾ ਕਰੀਏ ਤਾਂ ਚੰਗਾ ਲੱਗੇਗਾ। ਕਿਉਂਕਿ ਜ਼ਿੰਦਗੀ ਅਜੇ ਤੁਸੀਂ ਸ਼ੁਰੂ ਕੀਤੀ ਹੈ, ਬੜੀ ਦੂਰ ਤੱਕ ਤੁਸੀਂ ਤਰੱਕੀਆਂ ਕਰਦੇ ਜਾਣਾ ਹੈ। ਇਸ ਮੁਲਕ ਦਾ ਤੁਸੀਂ ਫਿਊਚਰ ਵਿੱਚ ਕੋਈ ਵਧੀਆ ਲੀਡਰ ਵੀ ਬਣ ਸਕਦੇ ਹੋ
ਬੜੇ ਬੜੇ ਮੰਤਰੀ ਸਾਡੇ ਬਣੇ ਹੋਏ ਨੇ ਭਾਈਚਾਰੇ ਦੇ। ਔਰ ਤੁਸੀਂ ਪਲੀਜ਼ ਤੁਸੀਂ ਇੱਥੇ ਪੜ੍ਹਨ ਆਏ ਹੋ ਔਰ ਪੜ੍ਹਾਈ ਵੱਲ ਹੀ ਖਿਆਲ ਕਰੋ, ਕਿਉਂਕਿ ਇਹ ਜਿਹੜੀ ਉੱਥੇ ਇਸ ਤਰ੍ਹਾਂ ਦਾ ਚੱਲਣ ਹੈ, ਜਿਹੜੀ ਗੇੜੀ ਛੇੜੀ ਤੇ ਰੌਲਾ ਰੱਪਾ, ਉਹ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਚੱਲਦਾ। ਤੁਸੀਂ ਆਪ ਸਿਆਣੇ ਹੋ, ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ। ਸੋ ਦੋਸਤੋ, ਅਗਲੇ ਹਫਤੇ ਇੱਕ ਫੇਰ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਆਵਾਂਗਾ। ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਮਿਆਰ 'ਤੇ ਖਰੇ ਉਤਰ ਸਕੀਏ। ਨਵੇਂ ਸ਼ਖਸੀਅਤ ਦੇ ਨਾਲ ਮੁਲਾਕਾਤ ਹੋਵੇਗੀ, ਵਿਚਾਰ ਚਰਚਾ ਹੋਵੇਗੀ, ਗੱਲਾਂ ਕਰੀਏ ਮੂੰਹ 'ਤੇ ਹੋਵੇਗੀ, ਗੀਤ ਸੰਗੀਤ ਪੇਸ਼ ਕਰਾਂਗੇ। ਬਹੁਤ ਸਾਰੇ ਲੋਕ ਸਹਿਯੋਗ ਦਿੰਦੇ ਨੇ ਸਾਡੇ ਇਸ ਪ੍ਰੋਗਰਾਮ ਨੂੰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਸਾਥੀ ਭੁਪਿੰਦਰ ਸਿੰਘ ਢਿੱਲੋਂ ਹੋਣੀ ਰੀਅਲਟਰ ਨੇ, ਸਾਡੇ ਨਾਲ ਕੰਮ ਕਰਦੇ ਨੇ, ਸਾਡੀ ਟੀਮ ਦਾ ਹਿੱਸਾ ਨੇ, ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ ਰੀਅਲ ਸਟੇਟ ਦੇ ਵਿੱਚ। ਤੁਸੀਂ ਸਾਡੀ ਟੀਮ ਦੇ ਨਾਲ ਸੰਪਰਕ ਕਰ ਲਿਓ, ਸਾਡੀ 5 ਸਟਾਰ ਸਰਟੀਫਾਈਡ ਟੀਮ ਹੈ। ਤੁਸੀਂ ਜ਼ਰੂਰ ਕਾਲ ਕਰਨਾ 416 319 0551। ਇੰਨੀਆਂ ਬੇਨਤੀਆਂ ਦੇ ਨਾਲ ਅਗਲੇ ਹਫਤੇ ਤੱਕ ਆਪ ਖੁਸ਼ ਰਹੋ, ਦੂਜਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਓ। ਜਿੱਥੇ ਵੀ ਰਹੋ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਧੰਨਵਾਦ।